ਗੱਲ ਹੋਊਗੀ, ਜਦ ਤੱਕ ਘਰ ਦੇ ਖੁਦ ਮੰਨ ਨਹੀਂ ਜਾਂਦੇ ਤਦ ਤੱਕ ਅਸੀਂ ਮਿਲਣਾ ਵੀ ਨਹੀਂ। ਬਟ ਇਹ ਹੈ ਵੀ ਕੋਰਟ ਮੈਰਿਜ ਇਸ ਲਈ ਵੀ ਕਿਤੇ ਹੋਰ ਨਹੀਂ ਕਰਾਉਣਾ ਬਸ। ਜਾਂ ਮੁੰਡਾ ਧਮਕੀ ਦੇ ਦੂੰ, ਮੈਂ ਜ਼ਹਿਰ ਖਾ ਲੂੰ, ਮੈਂ ਇਹ ਕਰ ਲੂੰ ਨਾ। ਕੁੜੀ ਨੂੰ ਤਾਂ ਜੇ ਕੁੜੀ ਇਹ ਚੀਜ਼ ਕਹਿੰਦੀ ਹੈ ਤਾਂ ਮੈਨੂੰ ਲੱਗਦਾ ਉਸ ਟਾਈਮ ਤਾਂ ਹੁੰਦਾ ਕਿ ਘਰ ਦੇ ਕਹਿੰਦੇ ਤੂੰ ਖਾਏਂਗੀ, ਉਸ ਤੋਂ ਪਹਿਲਾਂ ਅਸੀਂ ਦੇ ਦਾਂਗੇ ਤੈਨੂੰ, ਹੈ ਨਾ। ਮੈਂ ਕਿਹਾ ਮੁੰਡਾ ਵੀ ਕੋਈ ਹਿੰਦੂ ਫੈਮਿਲੀ 'ਚ ਹੀ ਹੈ, ਕਹਿੰਦੇ ਮਤਲਬ ਨਹੀਂ ਬਣਦਾ। ਇਹ ਨਹੀਂ ਪਤਾ ਸੀ ਵੀ ਮੁੰਡਾ ਸਾਹਮਣੇ ਹੀ ਬੈਠਾ ਹੈਗਾ। ਮੇਰੇ ਫਰੈਂਡਸ ਨੇ ਪੈਸੇ ਪੂਸੇ ਜੋੜ ਕੇ ਕਦੀ ਦੇਣਾ, ਕਦੀ ਹੁੰਦਾ ਸੀ ਮੈਸ 'ਚ ਖਾਣਾ ਨਹੀਂ ਖਾਣਾ, ਪੈਸੇ ਬਚਾ ਲੈਂਦੀ ਸੀ, ਫਿਰ ਇਹਨਾਂ ਨੂੰ ਫੋਨ ਕਰਨਾ, ਇੰਜ ਕਰਕੇ ਇਕੱਠੇ ਕਰਦੇ ਹੁੰਦੇ ਸੀ ਪੈਸੇ। ਤੇ ਬਸ ਫੋਨ ਤੇ ਵੀ ਕਿੰਨੀ ਗੱਲ ਹੁੰਦੀ ਸੀਗੀ, ਹਾਂਜੀ ਠੀਕ ਹੋ, ਠੀਕ ਆ, ਖਾਣਾ ਖਾ ਲਿਆ, ਚਲੋ ਓਕੇ, ਇੰਨੀ ਕੁ ਗੱਲ ਹੁੰਦੀ ਸੀ। 100-150 ਬਿੱਲ ਬਣ ਜਾਂਦਾ ਹੁੰਦਾ ਸੀਗਾ। ਮੈਨੂੰ ਵੀ ਇਹੀ ਲੱਗਦਾ ਹੁੰਦਾ ਵੀ ਲਵ ਮੈਰਿਜ ਵਾਲੇ ਰਿਸ਼ਤੇ ਜਿੰਨੇ ਮਰਜ਼ੀ ਪਰਫੈਕਟ ਹੋਣ, ਪਰ ਤੁਹਾਨੂੰ ਸਾਰੀ ਉਮਰ ਲੋਕ ਇਹ ਉਦਾਹਰਨਾਂ ਦਿੰਦੇ ਰਹਿੰਦੇ ਹੁੰਦੇ ਆ ਕਿ ਅਸੀਂ ਤਾਂ ਉਹ ਕੁੜੀ ਪਸੰਦ ਕੀਤੀ ਸੀ ਆਪਣੇ ਮੁੰਡੇ ਨੂੰ। ਉਹ ਤਾਂ ਮੈਨੂੰ ਹੁਣ 24 ਸਾਲਾਂ ਬਾਅਦ ਵੀ ਸੁਣਨਾ ਪੈਂਦਾ ਹੈ। ਬਿਲਕੁਲ। ਲੇਡੀ ਦੀ ਮੈਨੂੰ ਲੱਗਦਾ ਸਾਰੀ ਲਾਈਫ ਹੀ ਸ਼ਾਇਦ ਆਪਣੇ ਆਪ ਨੂੰ ਪ੍ਰੂਵ ਕਰਨ ਤੇ ਹੀ ਨਿਕਲ ਜਾਂਦੀ ਹੈ। ਪਹਿਲਾਂ ਬੇਟੀ ਬਣ ਕੇ ਤੁਸੀਂ ਪ੍ਰੂਵ ਕਰਦੇ ਹੋ, ਕਦੀ ਭੈਣ ਬਣ ਕੇ ਕਰਦੇ ਹੋ ਨਾ, ਕਦੀ ਵਾਈਫ ਬਣ ਕੇ, ਕਦੀ ਡਾਟਰ ਇਨ ਲਾਅ ਬਣ ਕੇ, ਅੱਜ ਕੱਲ੍ਹ ਹੁਣ ਮਦਰ ਬਣ ਕੇ ਵੀ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਬੱਚਿਆਂ ਨੂੰ। ਜਿਸ ਦਿਨ ਸਾਡਾ ਵਿਆਹ ਹੋਇਆ, ਫਸਟ ਨਾਈਟ ਸਾਡੀ, ਦੋਨਾਂ ਨੇ ਅਸੀਂ ਪੂਰੀ ਰਾਤ ਸਿਰਫ ਰੋ ਕੇ ਹੀ ਕੱਢੀ ਹੈ। ਸਾਨੂੰ ਵਿਸ਼ਵਾਸ ਹੀ ਨਹੀਂ ਸੀ ਹੋਇਆ। ਦੇਖੋ ਤੁਹਾਨੂੰ ਇੰਨਾ ਜ਼ਿਆਦਾ ਮੁਹੱਬਤ ਕਰਦੇ ਨੇ, ਹੁਣ ਵੀ ਇਮੋਸ਼ਨਲ ਹੋ ਰਹੇ ਨੇ। ਮੇਰੀ ਫਰਸਟ ਜੌਬ 1700 ਰੁਪਏ ਦੀ ਸੀ, ਔਰ ਮੇਰੀ ਲਾਸਟ ਜਿਹੜੀ ਮੈਂ ਯੂਨੀਵਰਸਿਟੀ 'ਚ ਕੀਤੀ ਆ ਉਹ 1,70,000। ਕਨਵਿੰਸ ਕਰਵਾਇਆ ਮੇਰੇ ਪੇਰੈਂਟਸ ਨੂੰ ਨਾ, ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਤੁਸੀਂ ਵੇਖ ਰਹੇ ਹੋ ਮੁਹੱਬਤਨਾਮਾ। ਹਮੇਸ਼ਾ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਕਿ ਜ਼ਿੰਦਗੀ ਕਦੇ ਵੀ ਸਹਿਜ ਨਹੀਂ ਹੁੰਦੀ। ਤੁਸੀਂ ਡਿੱਗਦੇ ਹੋ, ਤੁਰਦੇ ਹੋ, ਬਹੁਤ ਕੁਝ ਸਿੱਖਦੇ ਹੋ, ਪਰ ਇਹ ਡਿੱਗਣਾ, ਤੁਰਨਾ ਤੇ ਸਿੱਖਣਾ ਉਦੋਂ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਜਦੋਂ ਹਰ ਰਾਹ ਦੇ ਉੱਪਰ, ਹਰ ਕਦਮ ਦੇ ਉੱਪਰ ਤੁਹਾਨੂੰ ਕੋਈ ਸੰਭਾਲਣ ਵਾਲਾ ਹੋਵੇ, ਤੁਹਾਡੀਆਂ ਮੁਸ਼ਕਿਲਾਂ ਨੂੰ ਕੋਈ ਵੰਡਣ ਵਾਲਾ ਹੋਵੇ। ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਹਰ ਇੱਕ ਦੀ ਕਹਾਣੀ ਹਰ ਇੱਕ ਦੀ ਜ਼ਿੰਦਗੀ 'ਤੇ ਲਾਗੂ ਨਹੀਂ ਹੋ ਸਕਦੀ, ਪਰ ਫਿਰ ਵੀ ਜੇ ਕੋਈ ਉਸ ਰਾਹ ਤੋਂ ਲੰਘਿਆ ਹੋਵੇ ਤੇ ਆਪਣੀਆਂ ਮੁਸ਼ਕਿਲਾਂ ਦੱਸੇ ਜਾਂ ਆਪਣੀਆਂ ਖੁਸ਼ੀਆਂ ਦੱਸੇ, ਆਪਣੇ ਉਹ ਸਾਰੇ ਪਲ ਦੱਸੇ ਜਦੋਂ ਉਹਨਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ, ਇੱਕ ਦੂਜੇ ਲਈ ਬਹੁਤ ਕੁਝ ਛੱਡਿਆ ਤੇ ਅਪਣਾਇਆ ਹੋਵੇ, ਤਾਂ ਦੂਜਿਆਂ ਲਈ, ਸੁਣਨ ਵਾਲਿਆਂ ਲਈ ਅਕਸਰ ਹੀ ਉਹ ਕਹਾਣੀਆਂ ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਕਰਨ ਵਾਲੀਆਂ ਹੁੰਦੀਆਂ ਨੇ। ਅੱਜ ਇੱਦਾਂ ਦਾ ਹੀ ਇੱਕ ਸਫ਼ਰ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਸ ਸਫ਼ਰ ਨੂੰ ਕੱਢਣ ਵਾਲੇ ਨੇ ਅੰਸ਼ੁਮਨ ਖੱਟਰ ਤੇ ਉਹਨਾਂ ਦੇ ਧਰਮ ਪਤਨੀ ਨੀਰੂ ਖੱਟਰ ਜੀ। 24 ਵਰ੍ਹੇ ਹੋ ਗਏ ਨੇ ਉਹਨਾਂ ਦੇ ਵਿਆਹ ਹੋਏ ਨੂੰ, ਪਰ ਉਹਨਾਂ ਦਾ ਇਹ ਸਾਥ 31 ਵਰ੍ਹਿਆਂ ਦਾ ਹੋ ਚੁੱਕਿਆ ਹੈ। 2 ਬਹੁਤ ਹੀ ਖੂਬਸੂਰਤ ਬੇਟੀਆਂ ਦੇ ਉਹ ਮਾਤਾ ਪਿਤਾ ਨੇ। ਉਹਨਾਂ ਨੇ ਆਪਣੀ ਸ਼ੁਰੂਆਤ ਕਿਵੇਂ ਕੀਤੀ, ਅੱਜ ਦੀ ਜ਼ਿੰਦਗੀ ਉਹਨਾਂ ਦੀ ਕਿਵੇਂ ਚੱਲ ਰਹੀ ਹੈ, ਕੀ ਕੁਝ ਆ ਜਿਹੜਾ ਉਹਨਾਂ ਦੇ ਇੱਕ ਦੂਜੇ ਨਾਲ ਜੁੜਨ ਦੇ ਨਾਲ ਬਦਲਿਆ, ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਇੱਕ ਦੂਜੇ ਦੇ ਜੁੜਨ ਨਾਲ ਆਇਆ ਵੀ, ਉਹ ਸਾਰਾ ਐਕਸਪੀਰੀਅੰਸ ਉਹ ਆਪਾਂ ਨੂੰ ਦੱਸਣਗੇ। ਮੋਹਾਲੀ ਵਿਖੇ ਉਹ ਰਹਿੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਖੂਬਸੂਰਤ ਗੁਜ਼ਰ ਰਹੀ ਹੈ। ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਬਹੁਤ ਵਧੀਆ। ਤੁਹਾਡੀ ਸਮਾਈਲ ਦੱਸਦੀ ਹੈ ਕਿ ਤੁਹਾਡੀ ਜ਼ਿੰਦਗੀ ਸੋਹਣੀ ਹੈ। ਬਾਕੀ ਤਾਂ ਇਹ ਹੁੰਦਾ ਹੈ ਕਿ ਕਹਿੰਦੇ ਜਦੋਂ ਕਿਸੇ ਕੁਸ਼ਨ ਨੂੰ ਨਾ ਤੁਸੀਂ ਉਧੇੜਦੇ ਹੋ ਫਿਰ ਪਤਾ ਲੱਗਦਾ ਹੈ ਕਿ ਵਿੱਚੋਂ ਕੀ ਨਿਕਲਦਾ ਹੈ ਨਾ। ਤੇ ਸਭ ਤੋਂ ਪਹਿਲਾਂ ਮੈਂ ਇਹੀ ਪੁੱਛੂੰਗੀ ਕਿ ਇਹ 31 ਵਰ੍ਹਿਆਂ ਦਾ ਸਫ਼ਰ ਕਿਵੇਂ ਨਿਕਲਿਆ? ਬਹੁਤ ਵਧੀਆ। ਉੱਚੇ ਨੀਵੇਂ ਥਾਵਾਂ ਤੋਂ ਹੁੰਦਾ ਹੋਇਆ ਅੱਜ ਇਕੱਠੇ ਆ। ਇਹ ਤਾਂ ਨਹੀਂ ਕਿ ਉਹ ਜਿਵੇਂ ਆਪਾਂ ਕਈ ਵਾਰੀ ਇੰਸਟਾ ਤੇ ਜਾਂ ਫੇਸਬੁੱਕ ਤੇ ਪੋਸਟ ਪੜ੍ਹਦੇ ਹੁੰਦੇ ਆ ਕਿ 20 ਸਾਲ ਹੋ ਗਏ ਵਿਆਹ ਨੂੰ, ਪਤਾ ਨਹੀਂ ਕਿਵੇਂ ਲੰਘ ਗਿਆ ਨਾ। ਨਹੀਂ ਬਹੁਤ ਪਤਾ ਲੱਗਿਆ। 30 ਦਿਨਾਂ 'ਚੋਂ ਮੇਰਾ ਖਿਆਲ 22 ਦਿਨ ਤਾਂ ਸਾਡੀ ਕੋਲਡ ਵਾਰ ਰਹਿੰਦੀ ਹੈ, ਐਸੀ ਗੱਲ ਨਹੀਂ ਹੈ। ਬਟ ਉਹ ਜਿਹੜੇ ਇਸ਼ੂਜ਼ ਜਿਹੜੇ ਸਾਡੇ ਹੈਲਦੀ ਇਸ਼ੂਜ਼ ਨੂੰ ਲੈ ਕੇ ਨਾ, ਮਤਲਬ
ਕਦੇ ਟੌਪਿਕ ਤੇ ਕਦੇ ਕਿਸੇ ਚੀਜ਼ ਤੇ ਉਹ ਬਹਿਸ ਰਹਿਣੀ ਵੀ ਚਾਹੀਦੀ ਹੈਗੀ ਹਾਂ ਤਾਂ ਕਿ ਤੁਹਾਨੂੰ ਨੌਲੇਜ ਵੀ ਵਧਾਣਾ ਰਹਿਣਾ ਮੈਂ ਜਨਰਲੀ। ਨਹੀਂ ਚਲੋ ਹਰ ਰੋਜ਼ ਮਿੱਠਾ ਵੀ ਨਹੀਂ ਖਾਇਆ ਜਾ ਸਕਦਾ ਨਾ, ਹਾਂ ਡਾਇਬੀਟੀਜ਼ ਹੋ ਜਾਂਦੀ ਹੈ, ਨਮਕੀਨ ਕਦੀ ਵੀ ਕਦੀ ਚਾਹੀਦਾ। ਮਸਾਲੇ ਚਾਹੀਦੇ ਹੁੰਦੇ ਆ ਵਿੱਚ। ਬਿਲਕੁਲ। ਸਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਪਹਿਲਾਂ ਕਿ ਤੁਹਾਡੀ ਮਤਲਬ ਤੁਸੀਂ ਇੱਕ ਦੂਜੇ ਨੂੰ ਕਿਵੇਂ ਮਿਲੇ, ਤੁਹਾਡੇ ਇਸ ਰਿਸ਼ਤੇ ਦੀ ਸ਼ੁਰੂਆਤ ਕਿਵੇਂ ਹੋਈ? ਇਹ ਮੈਂ ਉਦੋਂ ਇੰਜੀਨੀਅਰਿੰਗ ਕਰ ਰਿਹਾ ਸੀਗਾ, 3rd ਈਅਰ 'ਚ ਸੀ ਸ਼ਾਇਦ ਉਸ ਵੇਲੇ ਨਾ, ਹਾਂ 3rd ਈਅਰ 'ਚ ਸੀਗਾ। ਅਤੇ ਮੇਰਾ ਨਾ ਇੱਕ ਕਾਲਜ ਟਾਈਮ 'ਚ ਇੱਕ ਸਾਡਾ ਨਾ ਡਰੀਮ ਹੁੰਦਾ ਸੀਗਾ ਵੀ ਸਾਰਿਆਂ ਦਾ ਆਪਣੇ ਆਪਣੀ ਕਿਸ ਤਰ੍ਹਾਂ ਦਾ ਪਾਰਟਨਰ ਹੋਵੇ ਅੱਗੇ। ਤਾਂ ਮੈਂ ਹਮੇਸ਼ਾ ਕਹਿੰਦਾ ਸੀ ਵੀ ਮੈਨੂੰ ਇਹ ਪਾਰਟਨਰ ਚਾਹੀਦਾ ਜਿਹੜਾ ਸੋਹਣਾ ਅਤੇ ਪੰਜਾਬੀ ਲੁੱਕਸ ਹੋਣ ਉਹਦੇ 'ਚ, ਮੈਨੂੰ ਉੱਥੇ ਬਾਹਰ ਹੋਰ ਕਿਸੇ ਨੂੰ ਉਹ ਨਹੀਂ ਹੈਗਾ ਗਾ। ਫਿਰ ਇੱਕ ਦਿਨ ਮੈਂ ਆਪਣੇ ਭੂਆ ਜੀ ਵੱਲ ਸੀਗਾ, ਇਹ ਸਾਡੇ ਨਾਲ ਰਹਿੰਦੇ ਹੁੰਦੇ ਸੀਗੇ, ਅਤੇ ਉਦੋਂ ਗਜ਼ਲ ਚੱਲ ਰਹੀ ਸੀਗੀ ਅਤੇ ਮੈਂ ਆਰਾਮ ਨਾਲ ਬੈਠਾ ਸੁਣ ਰਿਹਾ ਸੀ ਅਤੇ ਇਹ ਇੱਕਦਮ ਆਈ ਐਂ ਚਲੀ ਗਈ। ਫਿਰ ਮੈਨੂੰ ਲੱਗਿਆ ਵੀ ਮੈਂ ਜੋ ਇਮੈਜਿਨ ਕਰਦਾ ਹੁੰਦਾ ਸੀ ਆਪਣੀ ਲਾਈਫ 'ਚ ਵੀ ਕਿਸ ਤਰ੍ਹਾਂ ਦਾ ਮੈਨੂੰ ਚਾਹੀਦੀ ਹੈ, ਅਤੇ ਇਹ ਮੈਨੂੰ ਉਸ ਰੂਪ 'ਚ ਦਿਖੀ। ਆਪਣੀ ਕਜ਼ਨ ਨੂੰ ਭੇਜਿਆ ਕਿ ਉਹਨਾਂ ਨੂੰ ਜਾ ਕੇ ਦੱਸੋ ਮੈਂ ਹੱਥ ਬਹੁਤ ਸੋਹਣਾ ਦੇਖਦਾ ਹੈਗਾ। ਫਿਰ ਇਹ ਆਏ ਭੱਜੇ ਭੱਜੇ, ਮੇਰਾ ਹੱਥ ਦੇਖੋ ਵੀਰ ਜੀ, ਮੇਰਾ ਹੱਥ ਦੇਖੋ। ਇਹ ਖਤਰਨਾਕ ਸੀ। ਅਤੇ ਮੈਂ ਇਹਨਾਂ ਨੂੰ ਹੱਥ ਦੇਖ ਕੇ ਮੈਂ ਕਿਹਾ ਤੁਹਾਡਾ ਨਾ ਲਵ ਮੈਰਿਜ ਹੈ? ਕਹਿੰਦੀ ਪੋਸੀਬਲ ਹੀ ਨਹੀਂ ਹੈ। ਮੈਂ ਕਿਹਾ ਮੁੰਡਾ ਵੀ ਕੋਈ ਹਿੰਦੂ ਫੈਮਿਲੀ 'ਚ ਹੀ ਹੈ। ਕਹਿੰਦੇ ਮਤਲਬ ਨਹੀਂ ਬਣਦਾ। ਇਹ ਨਹੀਂ ਪਤਾ ਸੀ ਵੀ ਮੁੰਡਾ ਸਾਹਮਣੇ ਹੀ ਬੈਠਾ ਹੈਗਾ। ਕਿਉਂਕਿ ਸਾਡੀ ਫੈਮਿਲੀ ਥੋੜੀ ਸਿੱਖ ਫੈਮਿਲੀ, ਰਿਜਿਡ ਫੈਮਿਲੀ, ਪਾਠ ਕਰਨ ਵਾਲੇ ਨਾ, ਅੰਮ੍ਰਿਤ ਛਕਿਆ ਹੋਇਆ ਦਾਦਾ ਦਾਦੀ ਨੇ, ਤੇ ਕਦੀ ਸੋਚਿਆ ਨਹੀਂ ਸੀ ਕਿ ਲਵ ਮੈਰਿਜ, ਪਤਾ ਨਹੀਂ ਕਿਵੇਂ। ਪਰ ਹੌਲੀ ਹੌਲੀ ਫਿਰ ਇੱਕ ਦੂਜੇ ਨੂੰ ਸਮਝਿਆ, ਫਿਰ ਸਾਡੇ ਚੀਜ਼ਾਂ ਸੇਮ ਸੀ, ਲਾਈਕ ਸੇਮ ਸੀਗੀਆਂ, ਅਤੇ ਬੈਠ ਕੇ ਫਿਰ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਸਾਨੂੰ 5-6 ਸਾਲ ਲੱਗੇ ਸਮਝਣ 'ਚ ਇੱਕ ਦੂਜੇ ਨੂੰ, ਫਿਰ ਲੱਗਿਆ 7 ਸਾਲ। ਮੈਮ ਤੁਸੀਂ ਵੀ ਇਹਨਾਂ ਵਾਂਗੂ ਹੀ ਸੋਚਦੇ ਸੀਗੇ ਕਿ ਮੈਨੂੰ, ਜਿਵੇਂ ਸਰ ਨੇ ਕਿਹਾ ਕਿ ਮੈਨੂੰ ਐ ਸੀਗਾ ਕਿ ਕੋਈ ਜਿੱਦਾਂ ਦੀ ਕੁੜੀ ਦੀ ਕੁੜੀਆਂ ਨਾ ਜਿਵੇਂ ਉੱਦਾਂ ਦੀ ਕੁੜੀ ਚਾਹੀਦੀ ਆ, ਅਤੇ ਤੁਹਾਡੇ ਦਿਮਾਗ 'ਚ ਕੀ ਸੀ ਕਿ ਮੈਨੂੰ ਕਿਵੇਂ ਦਾ ਲਾਈਫ ਪਾਰਟਨਰ ਚਾਹੀਦਾ? ਮੈਨੂੰ ਸਿੱਖ ਫੈਮਿਲੀ 'ਚ ਅਸੀਂ ਦੋਨੋਂ ਭਰਾ ਵੱਡੇ ਸੀਗੇ, ਤਾਂ ਸਿੱਖ ਮੁੰਡਿਆਂ ਨੂੰ ਪੱਗ ਵਾਲੇ ਵੇਖ ਕੇ ਤਾਂ ਵੀਰ ਜੀ ਵਾਲੀ ਫੀਲਿੰਗ ਹੀ ਆਉਂਦੀ ਹੁੰਦੀ ਸੀ, ਅਤੇ ਇਹਨਾਂ ਨੂੰ ਮਿਲ ਕੇ ਮੈਨੂੰ ਪਹਿਲੀ ਵਾਰ ਤਾਂ ਨਹੀਂ ਸੀ ਲੱਗਿਆ, ਦੈਟਸ ਵਾਈ ਮੈਂ ਇਹਨਾਂ ਨੂੰ ਵੀਰ ਜੀ ਬੁਲਾਇਆ ਸੀ। ਅਤੇ ਬਟ ਜਦੋਂ ਬੈਠਦੇ ਸੀ ਗੱਲਾਂ ਕਰਦੇ ਸੀ ਤਾਂ ਐਂ ਲੱਗਦਾ ਸੀ ਕਿ ਹਾਂ ਆਦਤਾਂ ਕਾਫੀ ਸਾਡੀਆਂ ਮਿਲਦੀਆਂ ਨੇ, ਗਜ਼ਲ ਸੁਣਨਾ, ਬੁੱਕਸ ਪੜ੍ਹਨੀਆਂ ਨਾ, ਤਾਂ ਬਹੁਤ ਸਾਰੀਆਂ ਚੀਜ਼ਾਂ, ਇਹਨਾਂ ਨੂੰ ਘੁੰਮਣ ਦਾ ਬਹੁਤ ਸ਼ੌਂਕ, ਮੈਨੂੰ ਵੀ। ਤਾਂ ਫਿਰ ਬਟ ਫਿਰ ਵੀ ਮਤਲਬ 4-5 ਸਾਲਾਂ ਤੱਕ ਮੇਰੇ ਦਿਮਾਗ 'ਚ ਕਦੀ ਵੀ ਨਹੀਂ ਸੀ ਆਇਆ ਕਿ ਇਹਨਾਂ ਨਾਲ ਵਿਆਹ ਹੋ ਜਾਣਾ। ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਂ, ਇਹਨਾਂ ਨੇ ਫਸਟ ਟਾਈਮ ਮਤਲਬ 2nd 3rd ਟਾਈਮ ਜਦੋਂ ਅਸੀਂ ਮਿਲੇ, ਇਹਨਾਂ ਨੇ ਕਹਿਤਾ ਸੀਗਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਬਸ। ਅਤੇ ਮੈਂ ਇਹਨਾਂ ਨੂੰ ਕਿਹਾ ਸੀ ਪੋਸੀਬਲ ਹੀ ਨਹੀਂ ਹੈ, ਕਿਉਂਕਿ ਮੈਂ ਉਦੋਂ ਹਜੇ +2 ਕੀਤੀ ਸੀ। ਮੈਂ ਕਿਹਾ ਹਜੇ ਤਾਂ ਮੈਂ ਗ੍ਰੈਜੂਏਸ਼ਨ ਕਰਨੀ ਹੈ, ਪੋਸਟ ਗ੍ਰੈਜੂਏਸ਼ਨ ਕਰਨੀ ਹੈ, ਮੇਰੇ ਪੇਰੈਂਟਸ ਦਾ ਡਰੀਮ ਹੈ ਮੈਂ ਲੈਕਚਰਰ ਬਣਾ, ਮੈਂ ਉਹ ਕਰਨਾ ਹੈ। ਕਹਿੰਦੇ ਕਿੰਨੇ ਸਾਲ ਲੱਗਣਗੇ? ਮੈਂ ਕਿਹਾ 7-8 ਸਾਲ। ਕਹਿੰਦੇ ਕੋਈ ਨਹੀਂ 7-8 ਸਾਲ ਉਡੀਕ ਲਾਂਗੇ। ਮੈਂ ਕਿਹਾ ਚਲੋ ਠੀਕ ਹੈ, ਦੇਖਦੇ ਹਾਂ। ਤਾਂ ਮੈਨੂੰ ਸੀ 7-8 ਸਾਲ ਕੌਣ ਉਡੀਕਦਾ, ਹੀ ਇਜ਼ ਯੂਨੀਵਰਸਿਟੀ ਟੌਪਰ, ਇਹਨਾਂ ਨੂੰ ਨਾਲ ਦੀ ਨਾਲ ਉੱਥੇ ਜੋਬ ਮਿਲ ਗਈ। ਅਤੇ ਮੈਨੂੰ ਕਿਹਾ ਘਰ ਦੇ ਇਕੱਲਾ ਜਵਾਕ ਹੈ, ਕਿੱਥੇ ਇੰਨਾ ਉਡੀਕਦੇ ਆ, 8 ਸਾਲ ਕੌਣ ਉਡੀਕਣ ਲੱਗਾ, ਵਿਆਹ ਵੀ ਹੋ ਜਾਣਾ ਸਾਲ 'ਚ ਇਹਨਾਂ ਦਾ ਖ਼ਤਮ ਹੈ। ਬਟ ਨਹੀਂ, 7 ਸਾਲ ਵੇਟ ਕੀਤੀ ਇਹਨਾਂ ਨੇ। ਸਰ ਤੁਸੀਂ ਤਾਂ ਜਿਵੇਂ ਮੈਮ ਕਹਿ ਰਹੇ ਕਿ 2-3 ਵਾਰ ਮਿਲਣ ਤੋਂ ਬਾਅਦ ਹੀ ਇਹਨਾਂ ਨੂੰ ਕਿਹਾ ਹੈ ਨਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ। ਜਿਵੇਂ ਮੈਮ ਕਹਿੰਦੇ ਤੁਸੀਂ ਯੂਨੀਵਰਸਿਟੀ ਪੜ੍ਹਦੇ ਸੀਗੇ, ਅਤੇ ਮਤਲਬ ਪੂਰੀ ਯੂਨੀਵਰਸਿਟੀ 'ਚ ਤੁਹਾਨੂੰ ਕੋਈ ਕੁੜੀ ਨਹੀਂ ਸੀ, ਐ ਨਹੀਂ ਸੀ। ਮੇਰੇ ਕੋਲ ਹੁੰਦਾ ਕੀ ਹੈ ਕਿ ਤੁਸੀਂ ਯੂਨੀਵਰਸਿਟੀ ਪੜ੍ਹ ਰਹੇ ਹੋ, ਫਿਰ ਮੈਂ ਉੱਥੋਂ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ ਹੈਗਾ ਅਤੇ ਟੌਪਰ ਵੀ ਸੀਗਾ, ਅਤੇ ਓਬਵੀਅਸਲੀ ਹੈ ਕਿ ਲੜਕੀਆਂ ਨੂੰ ਇੱਕ ਹੁੰਦਾ ਹੈ ਅਪਰੋਚ ਕਰਨ ਦਾ। ਪਰ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਮੈਨੂੰ ਨਹੀਂ ਚਾਹੀਦਾ, ਮੈਨੂੰ ਇੱਕ ਟਿਪੀਕਲ ਪੰਜਾਬੀ ਲੁੱਕਸ ਜਿਹਦੇ ਹੋਣਗੀਆਂ ਨਾ, ਮੇਰਾ ਸ਼ੁਰੂ ਤੋਂ ਇੱਕ ਉਹ ਸੀਗਾ ਕਿ ਮੈਂ ਉਹਦੇ ਨਾਲ ਹੀ ਕਰਾਉਣਾ ਹੈਗਾ। ਅਤੇ ਦੋਸਤ ਰਹੀਆਂ ਬਟ ਉਹ ਨਹੀਂ, ਮਤਲਬ ਉਸ ਤਰ੍ਹਾਂ ਨਹੀਂ। ਅਤੇ ਬਸ ਇਹ ਸ਼ੁਰੂ ਤੋਂ ਇੱਕ ਟਾਰਗੇਟ ਫਿਕਸ ਸੀਗਾ, ਉਹ ਟਾਰਗੇਟ ਇਹਦੇ 'ਚ ਦਿਖਿਆ, ਇਹਨਾਂ 'ਚ ਫਿਰ ਮੈਂ ਇਹਨਾਂ ਨੂੰ ਪਹਿਲੇ ਦੂਜੇ ਦਿਨ ਕਹਿਤਾ ਸੀਗਾ ਵੀ ਨਾ, ਜੋ ਮਰਜ਼ੀ ਹੋ ਜਾਏ, ਭਾਵੇਂ 10 ਸਾਲ ਲੱਗਣ, ਭਾਵੇਂ 15 ਸਾਲ ਲੱਗਣ, ਆਪਾਂ ਵਿਆਹ ਤੁਹਾਡੇ ਨਾਲ ਹੀ ਕਰਾਉਣਾ।
ਮੈਮ ਤੁਸੀਂ ਕਦੋਂ ਡਿਸਾਈਡ ਕੀਤਾ ਕਿ ਹਾਂ ਮਤਲਬ ਮੈਂ ਕਰਵਾ ਸਕਦੀ ਹਾਂ, ਜਿਵੇਂ ਤੁਸੀਂ ਕਿਹਾ ਵੀ ਟਿਪੀਕਲ ਪੰਜਾਬੀ ਫੈਮਿਲੀ ਹੈ ਨਾ, ਜਿੱਥੇ ਮਤਲਬ ਅੱਜ ਤੋਂ 24 ਸਾਲ ਪਹਿਲਾਂ ਇੰਟਰਕਾਸਟ ਮੈਰਿਜ ਹੈ ਜਿਹੜੀ, ਮੈਨੂੰ ਲੱਗਦਾ ਵੀ ਬਹੁਤ ਰੇਅਰ ਸੀ ਹੈ ਨਾ, ਔਰ ਔਖਾ ਵੀ ਸੀ ਇਹ। ਤੇ ਤੁਸੀਂ ਕਿਵੇਂ ਡਿਸਾਈਡ ਕੀਤਾ ਵੀ ਹਾਂ ਮੈਂ ਕਰਵਾ ਸਕਦੀ ਹਾਂ ਜਾਂ ਮੈਂ ਕਰਵਾਉਂ? ਮੈਨੂੰ ਬਹੁਤ ਸਾਲਾਂ ਤੱਕ ਅਸੀਂ ਇਹਨਾਂ ਦੀ ਜੌਬ ਉਸ ਤੋਂ ਬਾਅਦ ਬੰਬੇ ਸੀਗੀ, ਸਾਲ 'ਚ ਅਸੀਂ ਹਾਰਡਲੀ 1 ਜਾਂ 2 ਵਾਰ ਕਿਤੇ ਮਿਲਦੇ ਸੀ। ਉਦੋਂ ਤਾਂ ਫੋਨ ਵੀ ਨਹੀਂ ਸੀ ਹੁੰਦੇ, ਲੈਂਡਲਾਈਨ ਹੁੰਦੀ ਸੀ ਘਰੇ, ਅਲਾਉਡ ਨਹੀਂ ਸੀ ਹੁੰਦਾ ਚੱਕਣਾ। ਤੇ ਬਸ ਚਿੱਠੀ ਪੱਤਰ ਸ਼ੁਰੂ ਹੋਇਆ ਤੇ ਉਹਦੇ 'ਚ ਹੀ ਇੱਕ ਦੂਸਰੇ ਨੂੰ ਸ਼ਾਇਦ ਸਾਨੂੰ ਜ਼ਿਆਦਾ ਜਾਣਨ ਦਾ ਮੌਕਾ ਮਿਲਿਆ। ਤਾਂ ਮੇਰਾ ਖਿਆਲ ਜਦੋਂ ਮੈਂ MA ਫਸਟ ਈਅਰ 'ਚ ਐਡਮਿਸ਼ਨ ਲਿੱਤੀ ਤਾਂ ਮੈਨੂੰ ਲੱਗਿਆ ਕਿ ਜਿਹੜਾ ਬੰਦਾ ਇੰਨੇ ਸਾਲ ਵੇਟ ਕਰ ਸਕਦਾ ਹੈ ਤਾਂ ਇਟਸ ਵਰਥ। ਤਾਂ ਫਿਰ ਹੌਲੀ ਹੌਲੀ ਕੋਸ਼ਿਸ਼ ਕੀਤੀ ਘਰਦਿਆਂ ਨੂੰ ਮਨਾਉਣ ਦੀ, ਬਟ ਇਟ ਵਾਸ ਡਿਫਿਕਲਟ, ਬਹੁਤ ਮੁਸ਼ਕਿਲ ਸੀ। ਉਹਨਾਂ ਚਿਰ ਤੁਹਾਡੇ ਲਈ ਕੋਈ ਹੋਰ ਰਿਸ਼ਤੇ ਆਏ ਤੁਹਾਡੀ community? ਆਉਂਦੇ ਜਾਂਦੇ ਰਹਿੰਦੇ ਸੀ, ਬਟ ਮੇਰੇ ਪੇਰੈਂਟਸ ਨੂੰ ਕੋਈ ਕਾਹਲੀ ਨਹੀਂ ਸੀਗੀ। ਮੇਰੇ ਡੈਡੀ ਤਾਂ ਹੁਣ ਵੀ ਮੈਨੂੰ ਦੇਖ ਕੇ ਕਹਿੰਦੇ, ਮੈਂ ਤਾਂ ਹਜੇ ਵੀ ਤੂੰ ਲੱਗਦੀ ਨਹੀਂ ਵੀ ਤੇਰੀਆਂ ਕੁੜੀਆਂ ਐਡੀਆਂ ਵੱਡੀਆਂ ਹੋ ਗਈਆਂ, ਮੈਂ ਤਾਂ ਨਹੀਂ ਤੇਰਾ ਵਿਆਹ ਕਰਨਾ ਸੀ। ਮੈਂ ਕਿਹਾ ਤਾਂ ਹੀ ਆਪੇ ਕਰ ਲਿਆ ਜਲਦੀ। ਸਰ ਤੁਹਾਡੀ ਤਾਂ ਫਿਰ ਉਦੋਂ ਮਤਲਬ ਉਮਰ ਕਾਫੀ ਹੋ ਗਈ ਹੋਣੀ, ਤੁਹਾਡੇ ਲਈ ਨਹੀਂ ਹੋਰ ਰਿਸ਼ਤੇ ਆਏ? ਘਰਦਿਆਂ ਨੇ ਫੋਰਸ ਨਹੀਂ ਕੀਤਾ ਵੀ ਕਰਵਾਓ? ਐਕਚੁਅਲੀ ਆਪਾਂ 25 ਇਅਰਸ ਜਦੋਂ ਸੀਗਾ, ਹਾਂ ਹੀ ਵਾਸ 25, ਆਈ ਵਾਸ 23 ਜਦੋਂ ਮੈਰਿਜ ਹੋ ਗਈ ਸੀ ਮੇਰੀ, ਤੇ ਮੈਨੂੰ ਜੌਬ ਬਹੁਤ ਜਲਦੀ ਮਿਲ ਗਈ ਸੀ। ਤੇ ਓਬਵੀਅਸਲੀ ਹੁੰਦਾ ਕਿ ਤੁਹਾਡੇ ਕੋਲ ਜੌਬ ਹੈ, ਉਸ ਏਜ ਉਸ ਟਾਈਮ 'ਚ ਜੌਬ ਜਿਹਦੇ ਕੋਲ ਹੈਗੀ ਹੈ, ਮਤਲਬ ਮੈਰਿਜ ਪ੍ਰਪੋਜ਼ਲ ਤਾਂ ਆਉਂਦੇ ਨਾਲ ਦੀ ਨਾਲ ਹੀ। ਮੇਰੇ ਫੁੱਫੜ ਜੀ ਮੇਰੇ ਸਾਰੇ ਬਹੁਤ ਪਿੱਛੇ ਪਏ ਰਹੇ ਨੇ। ਮੈਂ ਦੇਖਦਾ ਹੁੰਦਾ ਸੀ, ਫਿਰ ਮੈਂ ਟਾਲਦਾ ਸੀ, ਮੈਂ ਸਾਈਡ 'ਤੇ ਜਾ ਰਿਹਾ, ਮੈਨੂੰ ਕੰਮ ਬੜਾ ਜ਼ਰੂਰੀ ਆ ਰਿਹਾ ਹੈਗਾ, ਤੇ ਫਿਰ ਮੈਂ ਚਲਾ ਜਾਂਦਾ ਹੁੰਦਾ ਸੀ, ਗਾਇਬ ਹੋ ਜਾਂਦਾ ਸੀਗਾ ਸਾਈਡ 'ਤੇ। ਉੱਥੇ ਅਪਰੋਚ ਕਰਨਾ ਬੰਬੇ ਵਰਗੀ ਜਗ੍ਹਾ 'ਤੇ ਕਿਸੇ ਲਈ ਮੁਸ਼ਕਿਲ ਹੁੰਦਾ ਸੀਗਾ। ਇਹਨਾਂ ਲਈ ਅਪਰੋਚ ਕਰਨਾ ਕਿਵੇਂ ਹੁੰਦਾ ਸੀ, ਮੈਨੂੰ ਇੱਕ ਇਨਸੀਡੈਂਟ ਯਾਦ ਆ ਰਿਹਾ ਕਿ ਸਾਡੀ ਸਾਰੀ ਗੱਡੀਆਂ 'ਚ ਨਾ ਵਾਇਰਲੈਸ ਲੱਗੇ ਹੁੰਦੇ ਸੀਗੇ। ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀਗੇ, ਤੇ ਇੱਕ ਗੈਸਟ ਹਾਊਸ ਹੁੰਦਾ ਸੀ, ਉੱਥੇ ਲੈਂਡਲਾਈਨ ਨੰਬਰ ਹੁੰਦਾ ਸੀਗਾ। ਇਹਨਾਂ ਨੇ ਉੱਥੇ ਫੋਨ ਕਰਨਾ, ਉੱਥੋਂ ਵਾਇਰਲੈਸ 'ਤੇ ਸਾਰੇ ਕਾਮਨ ਫ੍ਰੀਕੁਐਂਸੀ ਹੁੰਦੀ ਹੈ ਵਾਇਰਲੈਸ ਦੀ, ਪੂਰੀ ਸਾਈਡ 'ਤੇ ਆ ਜਾਣਾ ਕਿ ਖੱਟਰ ਸਾਹਿਬ ਦੀ ਉਹਨਾਂ ਨੇ ਫੋਨ ਆਇਆ ਹੈਗਾ, ਤੇ ਜਾ ਕੇ ਇੰਨੇ ਵਜੇ ਦੁਬਾਰਾ ਆਊਗਾ, ਤੁਸੀਂ ਜਾ ਕੇ ਅਟੈਂਡ ਕਰ ਲੈਣਾ। ਫਿਰ ਸਾਰੇ ਮੈਨੂੰ, ਸਰ ਤੁਹਾਡਾ ਫੋਨ ਆਇਆ, ਸਰ ਤੁਹਾਡਾ ਫੋਨ ਆਇਆ, ਸਰ। ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਵੀ ਵਾਇਰਲੈਸ ਹੈਗਾ। ਤੇ ਬਸ ਫਿਰ ਇਸ ਤਰ੍ਹਾਂ ਹੀ ਚੱਲਦਾ ਰਿਹਾ। ਬਟ ਉਹ ਸੀਗਾ ਕਿ ਇੱਕ ਡਿਸਾਈਡਡ ਹੀ ਸੀਗਾ ਪਹਿਲਾਂ ਤੋਂ ਹੀ, ਉਹ ਨਹੀਂ ਕੋਈ ਹੋਰ ਦੇਖਣਾ ਹੀ ਨਹੀਂਗਾ ਬਸ। ਮੇਰੇ ਲਈ ਬਹੁਤ ਮੁਸ਼ਕਿਲ ਹੁੰਦਾ ਸੀ ਉਸ ਟਾਈਮ ਫੋਨ ਕਰਨਾ। ਲੈਂਡਲਾਈਨ ਉਦੋਂ ਹੁੰਦੇ ਸੀ STD ਫੁੱਲ ਚਾਰजेस ਨਾ, 7 ਵਜੇ ਤੋਂ ਬਾਅਦ ਹਾਫ ਚਾਰਜ ਹੁੰਦੇ ਸੀ, ਬਟ 7 ਤੋਂ 6 ਵਜੇ ਸਾਡਾ ਹੋਸਟਲ ਗੇਟ ਬੰਦ ਹੋ ਜਾਂਦਾ ਹੁੰਦਾ ਸੀ। ਅੱਛਾ। ਫੋਨ ਕਰਨਾ ਹੈ ਤਾਂ 6 ਵਜੇ ਤੋਂ ਪਹਿਲਾਂ ਹੀ ਕਰ ਸਕਦੀ ਹੁੰਦੀ ਸੀਗੀ। ਤਾਂ ਹਫਤੇ 'ਚ 1 ਦਿਨ ਫੋਨ ਕਰਦੇ ਹੁੰਦੇ ਸੀ। ਮੇਰੇ ਫਰੈਂਡਸ ਨੇ ਪੈਸੇ ਪੂਸੇ ਜੋੜ ਕੇ ਕਦੀ ਦੇਣਾ, ਕਦੀ ਹੁੰਦਾ ਸੀ ਮੈਸ 'ਚ ਖਾਣਾ ਨਹੀਂ ਖਾਣਾ, ਪੈਸੇ ਬਚਾ ਲੈਂਦੀ ਸੀ, ਫਿਰ ਇਹਨਾਂ ਨੂੰ ਫੋਨ ਕਰਨਾ, ਇੰਜ ਕਰਕੇ ਇਕੱਠੇ ਕਰਦੇ ਹੁੰਦੇ ਸੀ ਪੈਸੇ। ਤੇ ਬਸ ਫੋਨ ਤੇ ਵੀ ਕਿੰਨੀ ਗੱਲ ਹੁੰਦੀ ਸੀਗੀ, ਹਾਂਜੀ ਠੀਕ ਹੋ, ਠੀਕ ਆ, ਖਾਣਾ ਖਾ ਲਿਆ, ਚਲੋ ਓਕੇ, ਇੰਨੀ ਕੁ ਗੱਲ ਹੁੰਦੀ ਸੀ। 100-150 ਬਿੱਲ ਬਣ ਜਾਂਦਾ ਹੁੰਦਾ ਸੀਗਾ, ਤੇ ਬਸ ਸੈਟੀਸਫੈਕਸ਼ਨ ਹੁੰਦੀ ਸੀ ਹਫਤਾ ਵੀ, ਹਾਂ ਇਹ ਹਫਤੇ ਗੱਲ ਹੋ ਗਈ। ਤੁਸੀਂ ਕਿੱਥੇ ਪੜ੍ਹਦੇ ਸੀ? ਮੈਂ ਲੁਧਿਆਣੇ ਗਵਰਨਮੈਂਟ ਕਾਲਜ। ਅੱਛਾ ਜੀ। ਤੇ ਸਿਰਫ ਤੁਸੀਂ ਫਿਰ ਕਿੱਦਾਂ ਮਤਲਬ ਘਰਦਿਆਂ ਨੂੰ ਦੱਸਿਆ ਕਿ ਕਿਹਾ ਕਿ ਮੈਂ ਇੱਦਾਂ ਕੁੜੀ ਪਸੰਦ ਕੀਤੀ ਹੋਈ ਆ, ਮੈਂ ਉਹਦੇ ਨਾਲ ਵਿਆਹ ਕਰਾਉਣਾ, ਤਾਂ ਘਰਦੇ ਮਤਲਬ ਸੌਖਿਆਂ ਮੰਨ ਗਏ ਸੀਗੇ? ਕਿਉਂਕਿ ਬਠਿੰਡਾ ਵੀ ਜੇ ਆਪਾਂ ਕਹੀਏ ਤਾਂ ਕੋਈ ਬਹੁਤ ਮਤਲਬ ਐਡਵਾਂਸ ਨਹੀਂ ਆਪਾਂ ਕਹਿ ਸਕਦੇ ਹਾਂ ਨਾ। ਔਰ ਉਸ ਟਾਈਮ ਤਾਂ ਬਿਲਕੁਲ ਵੀ ਨਹੀਂ ਸੀਗਾ ਸੌਖੇ ਮੰਨੇ ਨਹੀਂ। ਉਹਨਾਂ ਨੂੰ ਇਹ ਸੀ ਵੀ ਇਕੱਲਾ ਮੁੰਡਾ ਹੈ, ਤੇ ਜੇ ਇਹਨੇ ਗੜਬੜ ਕਰਤੀ ਤਾਂ ਮੁਸ਼ਕਿਲ ਹੋ ਜੂ ਸਾਡੇ ਲਈ। ਕਰਨਾ ਤਾਂ ਇਹਨੇ ਆਪਣੀ ਪਸੰਦ ਨਾਲ। ਇਹ ਥੋੜ੍ਹਾ ਸ਼ੁਰੂ ਤੋਂ ਹੀ ਸੀਗਾ, ਮੈਂ ਮਤਲਬ ਜੋ ਡਿਸਾਈਡਡ ਹੁੰਦਾ ਸੀਗਾ, ਜਿੱਦੀ ਥੋੜ੍ਹਾ ਹੁੰਦਾ ਸੀਗਾ, ਤੇ ਇਹਨਾਂ ਨੂੰ ਮੈਂ ਦੱਸਿਆ ਹੀ ਨਹੀਂ ਸੀਗਾ। ਇਹਨਾਂ ਨੂੰ ਪਤਾ ਲੱਗਿਆ ਲਾਸਟ ਮੂਮੈਂਟ ਜਦੋਂ ਮੈਂ ਲੈ ਕੇ ਆ ਗਿਆ ਸੀਗਾ। ਤੇ ਉਸ ਵੇਲੇ ਫਿਰ ਇਹਨਾਂ ਨੂੰ ਪਤਾ ਲੱਗਿਆ। ਫਿਰ ਮੰਮਾ ਨੇ ਕਿਹਾ ਮੈਂ ਚੱਲਦੀ ਹਾਂ ਤੁਹਾਡੇ ਇਹਨਾਂ ਦੇ ਪੇਰੈਂਟਸ ਵੱਲ। ਇਹਨਾਂ ਨੂੰ ਮੰਮਾ ਗਏ, ਉਹਨਾਂ ਨੇ ਰਿਕੁਐਸਟ ਕੀਤੀ, ਬਹੁਤ ਮੁਸ਼ਕਿਲ ਮਤਲਬ ਕਨਵਿੰਸ ਕਰਵਾਇਆ ਮੇਰੇ ਪੇਰੈਂਟਸ ਨੂੰ ਨਾ, ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਬਟ ਹਾਂ ਇਹਨਾਂ ਦੇ ਪੇਰੈਂਟਸ ਨੇ ਜਿਵੇਂ ਇੱਕ ਵਾਰੀ ਗਏ, ਉਹਨਾਂ ਨੇ ਭੇਜਤਾ ਵਾਪਸ, ਬੇਇੱਜ਼ਤੀ ਕਰਨੀ, ਨਹੀਂ ਅਸੀਂ ਨਹੀਂ ਕਰਨਾ ਹੈ ਨਾ। ਫਿਰ ਦੂਜੀ ਵਾਰ ਫਿਰ ਗਏ ਤਾਂ ਫਿਰ ਨਹੀਂ, ਤੀਜੀ ਵਾਰ ਫਿਰ ਮਤਲਬ ਫਿਰ ਰਿਸ਼ਤੇਦਾਰਾਂ ਨੂੰ ਵਿੱਚ ਪਾ ਪੂ ਕੇ ਬਹੁਤ ਮੁਸ਼ਕਿਲ। ਨਹੀਂ, ਮੈਂ ਉਹੀ ਤੁਹਾਨੂੰ ਪੁੱਛਣ ਵਾਲੀ ਸੀ ਵੀ ਚਲੋ ਮੁੰਡੇ ਤਾਂ ਇਹ ਵੀ ਚੀਜ਼ ਹੁੰਦੀ ਆ ਵੀ ਜਿਵੇਂ ਸਰ ਤਾਂ ਵੈਸੇ ਹੀ ਇਕੱਲੇ ਸੀਗੇ ਨਾ, ਤੁਸੀਂ ਕਿਹਾ ਵੀ ਪੂਰੇ ਖਾਨਦਾਨ 'ਚ ਇਕੱਲੇ ਸੀਗੇ,
ਤੇ ਮੁੰਡਿਆਂ ਲਈ ਇਹੀ ਹੁੰਦਾ ਸਾਡੇ ਸਾਰੇ ਲੋਕਾਂ ਨੇ ਵੀ ਨਹੀਂ ਚਲੋ ਮੁੰਡਾ ਹੈ ਕੋਈ ਫਰਕ ਨਹੀਂ ਪੈਂਦਾ ਹਨਾ, ਜਾਂ ਮੁੰਡਾ ਧਮਕੀ ਦੇ ਦੂੰ ਮੈਂ ਜ਼ਹਿਰ ਖਾ ਲੂੰ ਮੈਂ ਇਹ ਕਰ ਲੂੰ ਨਾ। ਕੁੜੀ ਨੂੰ ਤਾਂ ਜੇ ਕੁੜੀ ਇਹ ਚੀਜ਼ ਕਹਿੰਦੀ ਹੈ ਤਾਂ ਮੈਨੂੰ ਲੱਗਦਾ ਉਸ ਟਾਈਮ ਤੇ ਹੁੰਦਾ ਕਿ ਘਰ ਦੇ ਕਹਿੰਦੇ ਤੂੰ ਖਾਏਂਗੀ ਉਸ ਤੋਂ ਪਹਿਲਾਂ ਅਸੀਂ ਦੇ ਦਾਂਗੇ ਤੈਨੂੰ ਹਨਾ। ਐਗਜ਼ੈਕਟਲੀ। ਤੇ ਤੁਹਾਡੀ ਤਾਂ ਉਹ ਸਿਚੁਏਸ਼ਨ ਬਹੁਤ ਔਖੀ ਬਿਲਕੁਲ ਹੋ ਸੀ। ਤੁਸੀਂ ਕਿੱਦਾਂ ਮਤਲਬ ਕਨਵਿੰਸ ਕੀਤਾ, ਚਾਹੇ ਕੋਈ ਵੀ ਹੈ ਮਤਲਬ ਚਾਹੇ 10 ਵਾਰ ਰਿਸ਼ਤਾ ਲੈ ਕੇ ਆਵੇ ਪਰ ਜੇ ਘਰ ਦੇ ਨਹੀਂ ਰਾਜ਼ੀ ਹੁੰਦੇ ਤਾਂ ਕਦੀ ਨਹੀਂ ਕਰਦੇ। ਤੇ ਤੁਹਾਡੀ ਉਹ ਸਿਚੁਏਸ਼ਨ ਕਿਵੇਂ ਦੀ ਸੀਗੀ? ਬਹੁਤ ਟਫ ਸੀ। ਤੇ ਜਦੋਂ ਐਂਡ 'ਚ ਲੱਗਿਆ ਕਿ ਕਿਸੇ ਤਰੀਕੇ ਨਾਲ ਨਹੀਂ ਕਰਦੇ ਨੇ ਮੰਨਣਾ, ਫਿਰ ਅਸੀਂ ਕੋਰਟ ਮੈਰਿਜ ਕਰਵਾ ਲਈ ਸੀ। ਬਟ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਵੀ ਅਸੀਂ 1 ਸਾਲ ਅਲੱਗ ਹੀ ਰਹੇ ਹਾਂ। ਉਹ ਅਸੀਂ ਸਿਰਫ ਇਸ ਲਈ ਕਰਵਾਈ ਸੀ ਨੋ ਫॉर ਅ ਸੇਫਰ ਸਾਈਡ ਕਿ ਹੁਣ ਤਾਂ ਬਸ ਆਹੀ ਤਰੀਕਾ ਹੈ ਸਾਡੇ ਕੋਲ। ਬਟ ਹੁਣ ਕਦੀ ਲੱਗਦਾ ਹੈ ਕਿ ਪਤਾ ਨਹੀਂ ਇੰਨਾ ਬੋਲਡ ਸਟੈਪ ਉਸ ਟਾਈਮ ਕਿਵੇਂ ਲੈ ਲਿਆ, ਕਿਉਂਕਿ ਹੁਣ ਜਦੋਂ ਆਪਣੀਆਂ ਬੇਟੀਆਂ ਨੂੰ ਦੇਖੀਦਾ ਤਾਂ ਬਟ ਮੈਨੂੰ ਲੱਗਦਾ ਅੱਜ ਕੱਲ੍ਹ ਦੇ ਬੱਚਿਆਂ 'ਚ ਉਹ ਚੀਜ਼ ਨਹੀਂ ਹੈ। ਬੱਚੇ ਉਹ ਚੀਜ਼ ਨੂੰ ਬੜੀ ਈਜ਼ੀਲੀ ਆ ਕੇ ਆਪਣੇ ਪੇਰੈਂਟਸ ਕੋਲ ਬੋਲ ਦਿੰਦੇ ਆ। ਮੈਂ ਉਹ ਚੀਜ਼ ਸ਼ਾਇਦ ਕਦੀ ਖੁੱਲ੍ਹ ਕੇ ਆਪਣੇ ਪੇਰੈਂਟਸ ਨੂੰ ਬੋਲ ਹੀ ਨਹੀਂ ਪਾਈ। ਤਾਂ ਮੇਰੇ ਬੱਚਿਆਂ ਨੂੰ ਹੁਣ ਮੈਂ ਇਹੀ ਕਹਿੰਦੀ ਹਾਂ ਕਿ ਮੈਂ ਇਸ ਚੀਜ਼ ਨੂੰ ਅੰਡਰਸਟੈਂਡ ਕਰੂੰਗੀ, ਤੁਸੀਂ ਆ ਕੇ ਦੱਸੋ। ਤੁਸੀਂ ਬਿਲਕੁਲ ਨਹੀਂ ਸੀ ਦੱਸਿਆ ਕਿ ਇੱਦਾਂ ਮੈਂ ਕੋਰਟ ਮੈਰਿਜ ਕਰਵਾ ਰਹੀ ਹਾਂ ਜਾਂ ਮੈਂ, ਤੇ ਕਦੋਂ ਘਰਦਿਆਂ ਨੂੰ ਪਤਾ ਚੱਲਿਆ ਫਿਰ? ਬਸ ਉਹ ਕਿਸੇ ਨੇ ਦੱਸਤਾ ਸਾਲ ਬਾਅਦ। ਮੈਂ ਹੌਸਟਲ ਸੀ, ਆਪਣੀ ਜੌਬ ਸੀ, ਅਸੀਂ ਉਹ ਫਿਰ ਮਿਲੇ ਨਹੀਂ ਸੀ 1 ਸਾਲ ਬਿਲਕੁਲ ਵੀ। ਔਰ ਅਸੀਂ ਇਹ ਸੋਚ ਰੱਖਿਆ ਸੀ ਕਿ ਹੁਣ ਜਦੋਂ ਗੱਲ ਹੋਊਗੀ, ਜਦ ਤੱਕ ਘਰ ਦੇ ਖੁਦ ਮੰਨ ਨਹੀਂ ਜਾਂਦੇ ਤਦ ਤੱਕ ਅਸੀਂ ਮਿਲਣਾ ਵੀ ਨਹੀਂ। ਬਟ ਇਹ ਹੈ ਵੀ ਕੋਰਟ ਮੈਰਿਜ ਇਸ ਲਈ ਵੀ ਕਿਤੇ ਹੋਰ ਨਹੀਂ ਕਰਾਉਣਾ, ਬਸ ਇਹ ਇੱਕ ਜ਼ਿੱਦ ਜ਼ਰੂਰ ਸੀ ਵੀ ਜੇ ਘਰ ਦੇ ਨਾ ਮੰਨੇ ਤਾਂ ਐਂ ਹੀ ਰਵਾਂਗੇ ਅਲੱਗ-ਅਲੱਗ ਹੀ, ਬਟ ਹੋਰ ਨਹੀਂ ਕਿਤੇ ਕਰਾਉਣਾ। ਸਾਡੇ ਦੋਨਾਂ ਵੱਲੋਂ ਸੀਗਾ ਵੀ ਅਸੀਂ ਕਰਾਂਗੇ ਤਾਂ ਘਰਦਿਆਂ ਦੀ ਮਰਜ਼ੀ ਨਾਲ ਕਰਾਂਗੇ, ਨਹੀਂ ਤਾਂ ਨਹੀਂ। ਇਹ ਨਹੀਂ ਵੀ ਕੁਛ ਉਲਟਾ ਸਿੱਧਾ ਸਟੈਪ ਚੱਕ ਲਾਂਗੇ ਜਾਂ ਕੁਛ ਕਰ ਲਾਂਗੇ। ਮੈਂ ਜਾਂਦਾ ਤਾਂ ਲੈ ਕੇ ਬੰਬੇ ਲੈ ਕੇ ਜਾ ਸਕਦਾ ਸੀ ਕਿਤੇ ਵੀ, ਤੇ ਮੁਸ਼ਕਿਲ ਸੀ ਇਹਨਾਂ ਲਈ ਲੱਭਣਾ। ਉੱਥੇ ਵੈਸੇ ਵੀ ਮੇਰੀ ਸਾਈਡ ਸੀ ਤੇ ਕਿਸੇ ਦਾ ਬੱਸ ਨਹੀਂ ਚੱਲਦਾ ਸੀ। ਬਟ ਇਹ ਸੀਗਾ ਲੈ ਕੇ ਤੈਨੂੰ ਘਰ ਹੀ ਆਵਾਂਗੇ, ਪੂਰੀ ਉਹ ਰੀਤੀ ਰਿਵਾਜ ਨਾਲ ਲੈ ਕੇ ਆਵਾਂਗੇ। ਉਹ ਸ਼ੁਰੂ ਤੋਂ ਸੀਗਾ ਸਾਡਾ ਕਿ ਇਸ ਤਰ੍ਹਾਂ ਉਹ ਨਹੀਂ ਕਰਨਾ ਕੁਛ ਵੀ ਚੀਜ਼। ਮੈਂ ਫਿਰ ਜਦੋਂ ਪਤਾ ਚੱਲਿਆ ਫਿਰ ਜੁੱਤੀਆਂ ਪਈਆਂ। ਮੈਨੂੰ ਤਾਂ ਡਰ ਲੱਗਣ ਲੱਗ ਗਿਆ ਸੋਚ ਕੇ। ਮਾਰ ਵੀ ਖਾਈ ਹੈ। ਅੱਛਾ। ਬਟ ਮੇਰੇ ਖਿਆਲ ਫਿਰ ਸ਼ਾਇਦ ਪੇਰੈਂਟਸ ਨੂੰ ਵੀ ਰਿਅਲਾਈਜ਼ ਹੋ ਗਈ ਸੀ ਇਹ ਚੀਜ਼ ਕਿ ਨਹੀਂ ਆਪਸ਼ਨ ਹੈ। ਸਾਲ ਕੁ ਵਿਆਹ ਤੋਂ ਬਾਅਦ ਵੀ ਸਾਡੇ ਨਾਲ ਜ਼ਿਆਦਾ ਮਿਲਵਰਤਨ ਨਹੀਂ ਰਿਹਾ ਹੈ। ਫਿਰ ਹੌਲੀ ਹੌਲੀ ਜਿਵੇਂ ਉਹਨਾਂ ਨੇ ਅੰਸ਼ੂ ਇਹਨਾਂ ਨੂੰ ਮਿਲਣਾ ਹੈ ਨਾ, ਗੱਲਾਂ ਬਾਤਾਂ ਕਰਨੀਆਂ, ਫਿਰ ਉਹਨਾਂ ਨੂੰ ਸਮਝ ਆਇਆ ਕਿ ਨਹੀਂ। ਕਈ ਵਾਰ ਮੇਰੇ ਖਿਆਲ ਨਾ ਪੇਰੈਂਟਸ ਇੰਨੇ ਪੋਜ਼ੈਸਿਵ ਹੋ ਜਾਂਦੇ ਆ, ਉਹਨਾਂ ਨੂੰ ਐ ਲੱਗਦਾ, ਕਦੀ ਲੱਗਦਾ ਹੀ ਨਹੀਂ ਕਿ ਸਾਡਾ ਬੱਚਾ ਵੱਡਾ ਹੋ ਗਿਆ, ਇਹ ਇਹੋ ਜਿਹੇ ਡਿਸੀਜਨਸ ਵੀ ਲੈਣ ਦੇ ਕਾਬਿਲ ਹੈ। ਉਹਨਾਂ ਨੂੰ ਐ ਲੱਗਦਾ ਸੀ ਵੀ ਇਹ ਬੱਚੀ ਹੈ, ਇਹਨੂੰ ਸਮਝ ਹੀ ਨਹੀਂ ਹੈ। ਜਦੋਂ ਸਾਡੇ ਬੱਚੇ ਨਾ ਦੋਸਤ ਬਣਾਉਂਦੇ ਨੇ, ਮੈਨੂੰ ਲੱਗਦਾ ਉਦੋਂ ਅਸੀਂ ਸਿਰਫ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਹਾਂ ਕਿ ਇੱਕ ਚੰਗਾ ਇਨਸਾਨ ਤੇਰਾ ਦੋਸਤ ਹੋਣਾ ਚਾਹੀਦਾ ਨਾ। ਪਰ ਜਦੋਂ ਅਸੀਂ ਵਿਆਹ ਕਰਦੇ ਹਾਂ ਤਾਂ ਅਸੀਂ ਉਹ 'ਚ ਚੰਗਾ ਇਨਸਾਨ ਲੱਭਣ ਤੋਂ ਪਹਿਲਾਂ ਜਾਤ ਤੇ ਧਰਮ ਲੱਭਣਾ ਸ਼ੁਰੂ ਕਰਦੇ ਹਾਂ ਨਾ। ਤੇ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਵੀ ਪੇਰੈਂਟਸ ਜਦੋਂ ਇਹ ਸੁਣਦੇ ਆ ਕਿ ਤੁਸੀਂ ਵਿਆਹ ਲਈ ਕੋਈ ਇੱਦਾਂ ਦੀ ਚੋਇਸ ਰੱਖ ਰਹੇ ਹੋ ਕਿ ਹਾਂ ਸਾਡੀ ਕਾਸਟ ਨਹੀਂ ਮੈਚ ਕਰਦੀ ਤਾਂ ਸਾਡਾ ਧਰਮ, ਤਾਂ ਉਹ ਉਹਨਾਂ ਦਾ ਰਿਐਕਸ਼ਨ ਆ ਜਿਹੜਾ ਨਾ ਉਹ ਮੁਸ਼ਕਿਲ ਇਹੀ ਹੋ ਸਕਦਾ। ਮੇਰੇ ਖਿਆਲ ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਸਾਡਾ ਹੋਇਆ ਹੈ ਨਾ, ਉਦੋਂ ਸੁਸਾਇਟੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ ਬੱਚਿਆਂ ਦੀ ਖੁਸ਼ੀ ਨਾਲੋਂ। ਮੇਰੇ ਖਿਆਲ ਜੇ ਮੈਂ ਬਹਿ ਕੇ ਪੇਰੈਂਟਸ ਨੂੰ ਪ੍ਰੋਪਰਲੀ ਕਨਵਿੰਸ ਕਰਦੀ, ਮੇਰੀ ਖੁਸ਼ੀ ਲਈ ਉਹ ਮੰਨ ਵੀ ਜਾਂਦੇ, ਬਟ ਉਹਨਾਂ ਨੂੰ ਫਿਰ ਵੀ ਇੱਕ ਸੁਸਾਇਟੀ ਦਾ ਰਹਿੰਦਾ ਵੀ ਸੁਸਾਇਟੀ ਕੀ ਕਹੂਗੀ, ਹਿੰਦੂ ਮੁੰਡੇ ਨਾਲ ਵਿਆਹ ਕਰਾ ਲਿਆ। ਜਿਹੜੀ ਚੀਜ਼ ਮੇਰੇ ਖਿਆਲ ਅੱਜ ਅਸੀਂ ਨਹੀਂ ਸੋਚਦੇ। ਜੇ ਮੇਰੀਆਂ ਕੁੜੀਆਂ ਅੱਜ ਮੈਨੂੰ ਆ ਕੇ ਕਹਿੰਦੀਆਂ ਕਿ ਅਸੀਂ ਕ੍ਰਿਸਚਨ, ਮੁਸਲਿਮ ਜਾਂ ਕੋਈ ਵੀ ਧਰਮ ਦੇ ਮੁੰਡੇ ਨਾਲ ਵਿਆਹ ਕਰਾਉਣਾ, ਅਸੀਂ ਆਈ ਥਿੰਕ ਉਹ ਚੀਜ਼ ਨੂੰ ਈਜ਼ੀਲੀ ਅਸੈਪਟ ਕਰਾਂਗੇ। ਹੁਣ ਮੇਰੇ ਨਾਲ ਇਹ ਗੁਰਦੁਆਰੇ ਵੀ ਜਾਂਦੇ ਆ, ਮੈਂ ਇਹਨਾਂ ਨਾਲ ਮੰਦਿਰ ਵੀ ਜਾਂਦੀ ਹਾਂ, ਅਸੀਂ ਘਰੇ ਪਾਠ ਵੀ ਕਰਦੇ ਹਾਂ, ਅਸੀਂ ਘਰੇ ਹਵਨ ਵੀ ਕਰਵਾਉਂਦੇ ਹਾਂ। ਹੁਣ ਮੈਨੂੰ ਕਈ ਵਾਰ ਪੁੱਛਦੇ ਹੁੰਦੇ ਸੀ ਹੈ ਨਾ, ਤੇਰੇ ਬੱਚੇ ਹਿੰਦੂ ਹੋਣਗੇ ਕਿ ਸਿੱਖ ਹੋਣਗੇ, ਇਹੋ ਜਿਹੇ ਕੁਐਸਚਨਸ ਵੀ ਆਉਂਦੇ ਹੁੰਦੇ ਸੀਗੇ। ਤੇ ਮੈਨੂੰ ਐ ਹੁੰਦਾ ਸੀ ਹਾਂ ਅੱਛੇ ਹਿਊਮਨ ਬੀਇੰਗਸ ਹੋਣਗੇ, ਨਾ ਹਿੰਦੂ ਹੋਣਗੇ ਨਾ ਸਿੱਖ ਹੋਣਗੇ। ਮੈਂ ਅਗਲਾ ਸਵਾਲ ਤੁਹਾਨੂੰ ਇਹੀ ਪੁੱਛਣ ਵਾਲੀ ਸੀਗੀ ਕਿ ਪਹਿਲਾਂ ਤਾਂ ਬਹੁਤ ਦੋ ਪਰਿਵਾਰਾਂ ਦੀ ਸਹਿਮਤੀ ਬਹੁਤ ਔਖੀ ਹੁੰਦੀ ਆ ਹੈ ਨਾ, ਤੇ ਅਸੀਂ ਵੀ ਜਦੋਂ ਹੁਣ ਇੱਦਾਂ ਦੀਆਂ ਚੀਜ਼ਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਤਾਂ ਉਹ ਜਦੋਂ ਚੰਗੇ ਪੜ੍ਹੇ ਲਿਖੇ ਲੋਕਾਂ ਦੀ ਸੋਚ ਵੀ ਇਹੀ ਹੁੰਦੀ ਆ ਹੈ ਨਾ, ਉਹ ਤੁਹਾਨੂੰ ਇਹ ਵੀ ਪੁੱਛਣਗੇ ਕਿ ਤੁਸੀਂ ਸਰਨੇਮ ਕੀ ਲਾਓਗੇ ਕੱਲ੍ਹ ਨੂੰ ਹੈ ਨਾ, ਤੁਸੀਂ ਨਾਂ ਕਿਵੇਂ ਦੇ ਰੱਖੋਗੇ ਕੱਲ੍ਹ ਨੂੰ। ਤੇ ਇਹ ਚੀਜ਼ਾਂ ਹੋਈਆਂ ਤੁਹਾਡੇ ਨਾਲ? ਬਿਲਕੁਲ ਹੋਈਆਂ, ਸਭ ਹੋਈਆਂ।
ਸਿਰ ਤੁਹਾਨੂੰ ਨਹੀਂ ਕਰਦਿਆਂ ਨੇ ਕਿਹਾ ਵੀ ਇੱਕ ਇੱਕ ਮੁੰਡਾ ਸੀ, ਅਸੀਂ ਆਪਣਿਆਂ 'ਚ ਵਿਆਹਣਾ ਸੀ? ਕਿਹਾ ਹੁੰਦਾ ਤਾਂ ਹੈ, ਰਿਸ਼ਤੇਦਾਰਾਂ ਉਹਨਾਂ ਨੂੰ ਨੇ? ਨਹੀਂ ਸੀਗਾ। ਐਕਚੁਅਲੀ ਜਦੋਂ ਸਾਡੀ ਮੈਰਿਜ ਹੋਈ ਹੈ, ਮੈਂ ਉਦੋਂ ਐਮਏ ਆਪਣੀ ਕਰ ਰਹੀ ਸੀ, ਸੈਕੰਡ ਈਅਰ ਸੀ ਹਨਾ, ਤੇ ਇਹਨਾਂ ਨੂੰ ਰਿਸ਼ਤੇ ਆਉਂਦੇ ਹੁੰਦੇ ਸੀਗੇ, ਕੋਈ ਡਾਕਟਰ, ਐਡਵੋਕੇਟ ਲੜਕੀ ਦੇ, ਤਾਂ ਮਦਰ ਇਨ ਲਾਅ ਨੂੰ ਕਿਤੇ ਤਾਂ ਹੁੰਦਾ ਸੀ ਕਿ ਸਾਨੂੰ ਇੱਕ ਅੱਛੀ ਡਾਕਟਰ ਮਿਲ ਰਹੀ ਹੈ ਨਾ, ਐਡਵੋਕੇਟ ਮਿਲ ਰਹੀ ਹੈ, ਇਹ ਤਾਂ ਹਜੇ ਕੁਝ ਕਰਦੀ ਵੀ ਨਹੀਂ, ਮਤਲਬ ਇਹ ਚੀਜ਼ਾਂ ਵੀ ਸੁਣਨ ਨੂੰ ਮਿਲੀਆਂ ਪਹਿਲਾਂ ਬਟ ਠੀਕ ਹੈ, ਹੌਲੀ ਹੌਲੀ ਉਹਨਾਂ ਨੇ ਮੈਨੂੰ ਅਸੈਪਟ ਕੀਤਾ। ਮੈਨੂੰ ਵੀ ਇਹੀ ਲੱਗਦਾ ਹੁੰਦਾ ਵੀ ਲਵ ਮੈਰਿਜ ਵਾਲੇ ਰਿਸ਼ਤੇ ਜਿੰਨੇ ਮਰਜ਼ੀ ਪਰਫੈਕਟ ਹੋਣ, ਪਰ ਤੁਹਾਨੂੰ ਸਾਰੀ ਉਮਰ ਲੋਕ ਇਹ ਉਦਾਹਰਨਾਂ ਦਿੰਦੇ ਰਹਿੰਦੇ ਹੁੰਦੇ ਆ ਕਿ ਅਸੀਂ ਤਾਂ ਉਹ ਕੁੜੀ ਪਸੰਦ ਕੀਤੀ ਸੀ ਆਪਣੇ ਮੁੰਡੇ ਉਹ ਤਾਂ ਨੂੰ, ਮੈਨੂੰ ਹਨਾ? ਹੁਣ 24 ਸਾਲਾਂ ਬਾਅਦ ਵੀ ਸੁਣਨਾ ਪੈਂਦਾ ਹੈ। ਬਿਲਕੁਲ। ਜਾਂ ਮਤਲਬ ਸ਼ਾਇਦ ਕੁੜੀ ਵਾਲੇ ਘੱਟ ਦਿੰਦੇ ਹੁੰਦੇ ਇਦਾਂ ਦੀਆਂ ਐਗਜ਼ਾਮਪਲਸ, ਪਰ ਮੁੰਡੇ ਵਾਲੇ ਜ਼ਰੂਰ ਦਿੰਦੇ ਆ ਕਿ ਸਾਨੂੰ ਇਹ ਰਿਸ਼ਤੇ ਆ ਰਹੇ ਸੀ। ਇੱਕ ਇਨਸੀਡੈਂਟ ਇਹ ਜਿਹਾ ਹੋਇਆ ਸੀ ਜਦੋਂ ਇਹਨੇ ਜੌਬ ਸਟਾਰਟ ਕੀਤੀ ਸੀ, ਮੈਂ ਲੀਬੀਆ ਹੁੰਦਾ ਸੀ ਤੇ ਮੇਰੇ ਕੋਲ ਤਾਂ ਆਪਣਾ ਸੀਗਾ। ਹਾਂਜੀ। ਇਹ ਕਹਿੰਦੀ ਮੈਂ ਵੀ ਕਰਨੀ ਆ ਜੌਬ, ਤੇ ਇਹਨੂੰ ਉੱਥੋਂ ਯੂਨੀਵਰਸਿਟੀ 'ਚ ਆਫਰ ਆਈ ਸੀ ਇੰਗਲਿਸ਼ ਦੀ ਪ੍ਰੋਫੈਸਰ ਲਈ, ਔਰ ਉਹ ਸੈਲਰੀ ਉਸ ਟਾਈਮ ਜੋ ਇਹਨੂੰ ਆਫਰ ਆਈ ਸੀ, ਮੈਂ ਉਸ ਵੇਲੇ ਟੌਪ ਸੈਲਰੀ ਲੈ ਰਿਹਾ ਸੀ ਆਪਣੀ ਕੰਪਨੀ 'ਚ, ਮੇਰੇ ਤੋਂ ਜ਼ਿਆਦਾ ਸੈਲਰੀ ਇਹਨੂੰ ਆਫਰ ਆਈ ਸੀਗੀ। ਹਾਂਜੀ। ਫਿਰ ਇਹਨੇ ਤੇ 1 ਸਾਲ ਜੌਬ ਕੀਤੀ, ਸਾਰਾ ਪੈਸਾ ਲੈ ਕੇ ਮੰਮੀ ਨੂੰ ਫੜਾਤਾ। ਮੰਮੀ ਕਹਿੰਦੇ ਤੂੰ ਸਾਰੀ ਜ਼ਿੰਦਗੀ ਦੀ ਜੌਬ ਕਰ ਲਈ ਹੁਣ। ਉਦੋਂ ਮਤਲਬ ਮੇਰੇ ਮਦਰ ਇਨ ਲਾਅ ਨੂੰ ਲੱਗਿਆ ਕਿ ਨਹੀਂ, ਇਟਸ ਓਕੇ। ਨਹੀਂ, ਚੰਗੀ ਗੱਲ ਹੈ। ਕਈ ਵਾਰੀ ਨਾ ਅਸੀਂ ਜਿਹੜੇ ਸ਼ੁਰੂਆਤ ਦੇ ਰਿਸ਼ਤੇ ਹੁੰਦੇ ਨੇ ਉਹਨਾਂ ਨੂੰ ਇੰਨੀ ਨਫ਼ਰਤ ਨਾਲ ਅੰਦਰ ਬਿਠਾ ਲੈਂਦੇ ਹਾਂ ਕਿ ਸਾਰੀ ਉਮਰ ਅਸੀਂ ਉਹਦੇ 'ਚ ਹੀ ਘੁਲਦੇ ਹਾਂ, ਪਰ ਮੈਨੂੰ ਲੱਗਦਾ ਉਹਦੇ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਪ੍ਰੂਵ ਕਰਨਾ ਜ਼ਰੂਰੀ ਹੁੰਦਾ ਹੈ ਨਾ। ਲੇਡੀ ਦੀ ਮੈਨੂੰ ਲੱਗਦਾ ਸਾਰੀ ਲਾਈਫ ਹੀ ਸ਼ਾਇਦ ਆਪਣੇ ਆਪ ਨੂੰ ਪ੍ਰੂਵ ਕਰਨ ਤੇ ਹੀ ਨਿਕਲ ਜਾਂਦੀ ਹੈ। ਪਹਿਲਾਂ ਬੇਟੀ ਬਣ ਕੇ ਤੁਸੀਂ ਪ੍ਰੂਵ ਕਰਦੇ ਹੋ, ਕਦੀ ਭੈਣ ਬਣ ਕੇ ਕਰਦੇ ਹੋ ਨਾ, ਕਦੀ ਵਾਈਫ ਬਣ ਕੇ, ਕਦੀ ਡਾਟਰ ਇਨ ਲਾਅ ਬਣ ਕੇ, ਅੱਜ ਕੱਲ ਹੁਣ ਮਦਰ ਬਣ ਕੇ ਵੀ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਬੱਚਿਆਂ ਨੂੰ। ਇੰਨੇ ਸਾਲ ਤੁਹਾਡਾ ਰਾਬਤਾ ਸਿਰਫ ਚਿੱਠੀਆਂ ਤੇ ਥੋੜਾ ਜਿਹਾ ਜਿਵੇਂ ਕਹਿੰਦੇ ਤੁਸੀਂ ਕਦੀ ਹਫ਼ਤੇ ਬਾਅਦ ਇੱਕ ਫੋਨ ਹੁੰਦਾ ਸੀ ਹਨਾ, ਤੇ ਜਦੋਂ ਵਿਆਹ ਕੇ ਤੁਸੀਂ ਇੱਕ ਘਰ 'ਚ ਰਹਿਣ ਲੱਗੇ ਤਾਂ ਨੇੜਿਓਂ ਜਾਣ ਕੇ ਲੱਗਿਆ ਵੀ ਇਹੀ ਇਨਸਾਨ ਚਾਹੀਦਾ ਸੀ, ਕਿ ਲੱਗਿਆ ਵੀ ਨਹੀਂ ਚਿੱਠੀਆਂ ਤੇ ਫੋਨ ਵਾਲਾ ਤਾਂ ਹੋਰ ਸੀ, ਜਾਂ ਹੁਣ ਤਜਰਬਾ ਹੋਰ ਤਰ੍ਹਾਂ ਦਾ ਹੋਇਆ? ਜਿਸ ਦਿਨ ਸਾਡਾ ਵਿਆਹ ਹੋਇਆ, ਫਰਸਟ ਨਾਈਟ ਸਾਡੀ, ਹਾਂਜੀ। ਦੋਨਾਂ ਨੇ ਅਸੀਂ ਪੂਰੀ ਰਾਤ ਸਿਰਫ ਰੋ ਕੇ ਹੀ ਕੱਢੀ ਹੈ। ਅੱਛਾ ਜੀ। ਸਾਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ। ਦੇਖੋ ਤੁਹਾਨੂੰ ਇੰਨਾ ਜ਼ਿਆਦਾ ਮੁਹੱਬਤ ਕਰਦੇ ਨੇ, ਹੁਣ ਵੀ ਇਮੋਸ਼ਨਲ ਹੋ ਰਹੇ ਨੇ। ਨਹੀਂ, ਹੁਣ ਤੁਸੀਂ ਭੁੱਲ ਜਾਓ, ਹੁਣ ਤੁਹਾਨੂੰ ਕੋਈ ਨਹੀਂ ਅਲੱਗ ਕਰ ਰਿਹਾ। ਤੇ ਮੈਮ ਉਸ ਤੋਂ ਬਾਅਦ ਜਿਵੇਂ ਤੁਸੀਂ ਜੌਬ ਸਟਾਰਟ ਕੀਤੀ ਹੈ ਨਾ, ਸਰ ਤਾਂ ਪਹਿਲਾਂ ਹੀ ਚੰਗੀ ਜੌਬ ਤੇ ਸੀ। ਸਾਡੇ ਨਾਲ ਮਾੜੀ ਗੱਲ ਇਹ ਹੋਈ ਕਿ ਜਦੋਂ ਸਾਡੀ ਮੈਰਿਜ ਹੋਈ, ਬੇਟੀ ਹੋਈ ਸਾਲ ਬਾਅਦ, ਬੇਟੀ ਸਾਲ ਦੀ ਸੀ ਤੇ ਇਹਨਾਂ ਦੀ ਲੜਾਈ ਹੋ ਗਈ ਪ੍ਰੋਜੈਕਟ ਮੈਨੇਜਰ ਨਾਲ, ਇਹਨਾਂ ਨੇ ਜੌਬ ਛੱਡ ਦਿੱਤੀ। ਤੇ ਜਦੋਂ ਜੌਬ ਛੱਡੀ ਸਾਨੂੰ ਲੱਗਿਆ ਨਹੀਂ ਇੰਨਾ ਫਰਕ, ਕੋਈ ਗੱਲ ਨਹੀਂ ਹੈ ਨਾ, ਘਰੇ ਜਾਵਾਂਗੇ, ਘਰ ਦੇ ਖੁਸ਼ ਹੋ ਜਾਣਗੇ ਵੀ ਚਲੋ ਫੈਮਿਲੀ ਘਰੇ ਆ ਗਈ, ਵੀ ਇਕੱਲਾ ਇਕੱਲਾ ਮੁੰਡਾ ਹੈ, ਫਿਰ ਪੋਤੀ ਵੀ ਹੈ ਹੁਣ ਤਾਂ। ਬਟ ਉਸ ਟਾਈਮ ਜਦੋਂ ਅਸੀਂ ਘਰੇ ਗਏ ਹਾਂ ਤਾਂ ਸਾਨੂੰ ਉਹ ਸਪੋਰਟ ਨਹੀਂ ਮਿਲੀ, ਕਿਉਂਕਿ ਮੰਮੀ ਡੈਡੀ ਨੇ ਵੀ ਆਪਣੀ ਲਾਈਫ 'ਚ ਬਹੁਤ ਸਟਰਗਲ ਕੀਤੀ ਹੈ, ਮੇਰੇ ਇਨ-ਲॉज ਨੇ ਹੈ ਨਾ, ਮੇਰੇ ਪੇਰੈਂਟਸ ਨੇ ਵੀ, ਮੇਰੇ ਇਨ-ਲॉज ਨੇ ਵੀ ਬਹੁਤ ਸਟਰਗਲ ਕੀਤੀ ਹੈ। ਤਾਂ ਉਹਨਾਂ ਨੂੰ ਇਹ ਹੁੰਦਾ ਸੀ ਵੀ ਅਸੀਂ ਇੰਨੀ ਮਿਹਨਤ ਨਾਲ ਮੁੰਡੇ ਨੂੰ ਪੜ੍ਹਾਇਆ ਲਿਖਾਇਆ ਤੇ ਇਹ ਨੌਕਰੀ ਕਰਕੇ ਮਤਲਬ ਛੱਡ ਕੇ ਘਰੇ ਆ ਗਏ, ਹੁਣ ਕੀ ਕਰਨਗੇ। ਇੱਕ ਉਹਨਾਂ ਦੀ ਵੀ ਇਨਸਿਕਿਉਰਿਟੀ ਜਾਇਜ਼ ਸੀ ਉਸ ਟਾਈਮ। ਫਿਰ ਮੈਂ ਸਕੂਲ 'ਚ ਜੌਬ ਸ਼ੁਰੂ ਕੀਤੀ, ਨਾਲ ਆਪਣੀ B.Ed M.Ed ਕੰਪਲੀਟ ਕੀਤੀ, 1700 ਰੁਪਏ ਦੀ ਜੌਬ ਕੀਤੀ। ਮੇਰੀ ਫਰਸਟ ਜੌਬ 1700 ਰੁਪਏ ਦੀ ਸੀ, ਔਰ ਮੇਰੀ ਲਾਸਟ ਜਿਹੜੀ ਮੈਂ ਯੂਨੀਵਰਸਿਟੀ 'ਚ ਕੀਤੀ ਹੈ ਉਹ 1,70,000 ਸੈਲਰੀ। ਇਹ ਮੇਰਾ ਰਿਹਾ ਹੈ। ਤੇ ਉਹ 2 ਸਾਲ ਬਹੁਤ ਮੁਸ਼ਕਿਲ ਸੀਗੇ ਸਾਡੇ ਹੈ ਨਾ, ਤੇ ਮਤਲਬ ਇੱਕ ਜੁਆਇੰਟ ਫੈਮਿਲੀ 'ਚ ਰਹਿਣਾ, ਫਿਰ ਇੱਕ ਛੋਟੀ ਜਿਹੀ ਸਕੂਲ 'ਚ ਟੀਚਿੰਗ ਦੀ ਜੌਬ ਕਰਨੀ। ਇਹ ਬਹੁਤ ਅੱਛੀ ਕੰਪਨੀ 'ਚ ਜੌਬ ਕਰ ਚੁੱਕੇ ਸੀ, ਔਰ ਉਸ ਤੋਂ ਘੱਟ ਕਰਨ ਨੂੰ ਥੋੜ੍ਹਾ ਮੁਸ਼ਕਿਲ ਹੁੰਦਾ ਸੀ। ਬਟ ਫਿਰ ਅਸੀਂ ਇਹੀ ਸੋਚਿਆ ਵੀ ਹੁਣ ਬੱਚਾ ਵੀ ਹੈ ਤਾਂ ਇਹਨਾਂ ਨੂੰ ਵੀ ਸਕੂਲ 'ਚ ਉੱਥੇ ਜੌਬ ਇਹਨਾਂ ਨੇ ਵੀ ਆਪਣੀ ਸ਼ੁਰੂ ਕੀਤੀ ਟੀਚਿੰਗ ਵਿੱਚ, ਜਦ ਕਿ ਇਹਨਾਂ ਦਾ ਟੀਚਿੰਗ 'ਚ ਕੋਈ ਉਹਨਾਂ ਐਕਸਪੀਰੀਅੰਸ ਨਹੀਂ ਸੀਗਾ, ਬਟ ਹੀ ਵਾਜ਼ ਗੁੱਡ ਇਨ ਮੈਥਸ ਨਾ, ਟੌਪਰ ਰਹੇ ਆ। ਤੇ ਫਿਰ ਮੈਂ ਆਪਣੇ ਉੱਥੇ ਪ੍ਰਿੰਸੀਪਲ ਨੂੰ ਕਿਹਾ, ਸਰ ਜਿੰਨੀ ਕੁ ਮੇਰੀ ਹੈ ਭਾਵੇਂ 100 ਰੁਪਈਆ ਵੱਧ ਇਹਨਾਂ ਨੂੰ ਦੇ ਦਿਓ, ਬਟ ਇਹਨਾਂ ਦੀ ਜੌਬ ਮੇਰੇ ਤੋਂ ਥੋੜ੍ਹੀ ਸੈਲਰੀ ਇਹਨਾਂ ਦੀ ਥੋੜ੍ਹੀ ਇਨਕਰੀਜ਼ ਕਰਕੇ ਦੇਣਾ। ਤਾਂ ਹੀ ਵਾਜ਼ ਵੈਰੀ ਗੁੱਡ, ਉਹ ਮੰਨ ਗਏ। ਤਾਂ ਟੋਟਲ ਮਿਲਾ ਕੇ ਅਸੀਂ 3500 ਰੁਪਈਆ ਕਮਾਉਂਦੇ ਹੁੰਦੇ ਸੀ ਉਦੋਂ। ਠੀਕ ਸੀ। ਉਹ 2 ਸਾਲ ਥੋੜ੍ਹੇ ਮੁਸ਼ਕਿਲ
ਨਿਕਲਿਆ। ਨਹੀਂ, ਪਰ ਤੁਸੀਂ ਇਹ ਚੀਜ਼ ਕਿਉਂ ਕਹੀ, ਮਤਲਬ ਤੁਸੀਂ ਉਹ ਮੈਨ ਈਗੋ ਮਹਿਸੂਸ ਕਰਦੇ ਸੀ ਇਹਨਾਂ 'ਚ? ਮੈਨ ਈਗੋ ਨਹੀਂ ਮਹਿਸੂਸ ਇਹਨਾਂ 'ਚ ਨਹੀਂ ਕਰਦੀ ਸੀ, ਬਟ ਮੈਨੂੰ ਖੁਦ ਨੂੰ ਸ਼ਾਇਦ ਕਿਤੇ ਲੱਗਦਾ ਸੀ ਬਈ ਨਾ, ਪਤਾ ਨਹੀਂ, ਫਿਰ ਉਹੀ ਕਹਿੰਦੇ ਆਪਾਂ ਆਪਣੇ ਘੱਟ ਤੇ ਸੁਸਾਇਟੀ ਬਾਰੇ ਜ਼ਿਆਦਾ ਸੋਚਦੇ ਹਾਂ। ਤੇ ਇੱਕ ਹੁੰਦਾ ਸੀ ਕਿ ਨਹੀਂ, ਭਾਵੇਂ 100 ਰੁਪਈਆ ਵੱਧ ਹੋਵੇ ਬਟ ਇਹਨਾਂ ਦੀ ਵੱਧ ਹੀ ਹੋਵੇ। ਦੁਬਾਰਾ ਫਿਰ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਦੋਂ ਹੋਈ? 2 ਸਾਲਾਂ ਬਾਅਦ ਫਿਰ ਇਹਨਾਂ ਨੂੰ ਦੁਬਾਰਾ ਕੰਪਨੀ 'ਚ ਫਿਰ ਆਫਰ ਆਈ, ਤਾਂ ਫਿਰ ਅਸੀਂ ਬਿਹਾਰ, ਸਾਸਾਰਾਮ ਪ੍ਰੋਜੈਕਟ ਸੀ, 4 ਸਾਲ ਅਸੀਂ ਬਿਹਾਰ ਰਹੇ ਹਾਂ। ਉਸ ਤੋਂ ਬਾਅਦ ਬਾਹਰ ਚਲੇ ਗਏ ਸੀ? ਨਹੀਂ, ਬਿਹਾਰ ਤੋਂ ਜਾਮਨਗਰ ਤੋਂ ਬਾਅਦ ਜਾਮਨਗਰ ਤੋਂ ਬਾਅਦ ਫਿਰ ਲੀਬੀਆ ਤੋਂ ਬਾਅਦ ਫਿਰ ਸੌਖੀ। ਫਿਰ ਜ਼ਿਆਦਾਤਰ ਐਗਜ਼ੀਕਿਊਟ ਬਾਹਰ ਹੀ ਕੀਤੇ ਨੇ ਪ੍ਰੋਜੈਕਟਸ। ਬਟ ਉਹ ਜ਼ਿੰਦਗੀ ਦੇ ਜਿਹੜੇ ਪਹਿਲੇ 8-9 ਸਾਲ ਸੀ, ਜਿਹੜੇ ਹੁੰਦੇ ਆ ਕਿ ਮੈਰਿਡ ਲਾਈਫ ਤੁਸੀਂ ਜਦੋਂ ਆਪਣੀ ਬਹੁਤ ਇੰਜੋਏ ਕਰਨੀ ਹੁੰਦੀ ਹੈ ਨਾ, ਅਸੀਂ ਸ਼ਾਇਦ ਉਹ ਸਟਰਗਲਸ 'ਚ ਹੀ ਕੱਢੀ ਹੈ। ਇਹਨਾਂ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਤੁਹਾਨੂੰ ਕਿ ਮੈਂ ਤਾਂ ਬਹੁਤ ਸੋਹਣੀ ਜ਼ਿੰਦਗੀ ਸੋਚੀ ਸੀਗੀ, ਚੰਗੀ ਜੌਬ ਸੀ ਤੁਹਾਡੀ, ਮਤਲਬ 8-10 ਸਾਲ ਤਾਂ ਇਦਾਂ ਹੀ ਲੰਘ ਗਏ, ਉਸ ਦੌਰਾਨ ਲੜਾਈਆਂ ਝਗੜੇ ਹੋਏ ਇਸ ਚੀਜ਼ ਨੂੰ? ਨਹੀਂ, ਇਹਨਾਂ ਨੇ ਮੈਨੂੰ ਕਦੇ ਇਸ ਤਰ੍ਹਾਂ ਨਹੀਂ ਦੱਸਿਆ। ਇਹਨਾਂ ਨੇ ਸੀ ਵੀ ਆਪਾਂ ਰਹਿਣਾ ਨਾਲ ਹੀ ਆ ਤੇ ਜਿਵੇਂ ਮਰਜ਼ੀ ਕੱਟੋ ਲਾਈਫ, ਤੁਸੀਂ ਭਾਵੇਂ ਥੋੜਾ ਖਵਾਓ ਮੈਨੂੰ, ਭਾਵੇਂ ਜਿਵੇਂ ਮਰਜ਼ੀ ਖਵਾਓ। ਮੈਂ ਇਹਦੀ ਮੰਮਾ ਨੂੰ ਵੀ ਇੱਕ ਵਾਰੀ ਅਸ਼ੋਰੈਂਸ ਦਿੱਤਾ ਸੀ ਕਿ ਲਾਈਫ ਮੈਂ ਇਹੋ ਜਿਹੀ ਦਊਂਗਾ ਕਿ ਸ਼ਾਇਦ ਤੁਸੀਂ ਭੁੱਲ ਜਾਓਗੇ। ਹਾਂਜੀ। ਬਟ ਉਲਟਾ ਹੋ ਗਿਆ, ਲਾਈਫ ਖਰਾਬ ਹੋ ਗਈ। ਉਦੋਂ ਕੁਝ ਸਾਲ ਖਰਾਬ ਚੱਲਦੇ ਰਹੇ, ਪਰ ਮੇਰੇ ਦਿਮਾਗ 'ਚ ਸੀਗਾ ਕਿ ਮੈਂ ਕਰਨੀ ਆ ਜੌਬ ਔਰ ਬਾਹਰ ਕਰਨੀ ਆ। ਫਿਰ ਉਹ ਤੋਂ ਬਾਅਦ ਮੌਕਾ ਮਿਲਿਆ। ਜਦੋਂ ਮੌਕਾ ਮਿਲਿਆ ਤਾਂ ਮੈਂ ਜਾਣਾ ਨਹੀਂ ਚਾਹੁੰਦਾ ਸੀ ਇਹਨੂੰ ਛੱਡ ਕੇ, ਕਿਉਂਕਿ ਕੁਝ ਮਹੀਨੇ ਤੁਹਾਨੂੰ ਵੀਜ਼ਾ, ਡਿਪੈਂਡੈਂਟ ਵੀਜ਼ਾ 'ਤੇ ਲਿਆਉਣਾ ਸੀਗਾ ਅਤੇ ਤੁਹਾਨੂੰ ਉੱਥੇ ਕੁਝ ਮਹੀਨੇ ਬਾਅਦ ਮਿਲਦਾ ਹੈਗਾ। ਔਰ ਮੇਰੇ ਨਾਲ ਕੀ ਹੋਇਆ ਕਿ 3 ਮਹੀਨੇ ਬਾਅਦ ਵੀਜ਼ਾ ਮਿਲਣਾ ਸੀਗਾ ਔਰ ਮੇਰਾ ਐਕਸੀਡੈਂਟ ਹੋ ਗਿਆ ਉੱਥੇ। ਅੱਛਾ ਜੀ। ਔਰ ਮੈਂ ਬੈੱਡ 'ਤੇ, ਹੀ ਵਾਸ ਔਨ ਬੈੱਡ ਫॉर 6 ਮੰਥਸ। ਔਰ ਮੈਂ ਇਹਨਾਂ ਨੂੰ ਟਾਲਦਾ ਰਿਹਾ, ਦੱਸਿਆ ਨਹੀਂ ਕਿ ਮੇਰਾ ਐਕਸੀਡੈਂਟ ਹੋ ਗਿਆ। ਮੈਂ ਕਿਹਾ ਵੀਜ਼ਾ 'ਚ ਥੋੜ੍ਹਾ ਪ੍ਰੋਬਲਮ ਚੱਲ ਰਿਹਾ। ਲਾਸਟ ਜਦੋਂ ਉਹਨਾਂ ਨੇ ਕਹਿ ਤਾ ਵੀ ਇੱਥੇ ਹੁਣ ਟ੍ਰੀਟਮੈਂਟ ਨਹੀਂ ਹੋ ਸਕਦਾ, ਇੰਡੀਆ ਆਣਾ ਪਊ, ਲਾਸਟ ਮੂਮੈਂਟ 'ਤੇ ਫਿਰ ਮੈਂ ਦੱਸਿਆ ਇਹਨਾਂ ਨੂੰ, ਮੈਂ ਕਿਹਾ ਮੈਂ ਆ ਰਿਹਾ ਹੈਗਾ, ਆ ਕੇ ਨਾਲ ਦੀ ਨਾਲ ਲੈ ਜਾਊਂਗਾ ਮੈਂ ਟ੍ਰੀਟਮੈਂਟ ਕਰਾ ਕੇ। ਬਸ ਫਿਰ ਉਹ ਟ੍ਰੀਟਮੈਂਟ ਕਰਾ ਕੇ ਫਿਰ ਲੈ ਗਿਆ ਨਾਲ। ਉਹ 9 ਮਹੀਨੇ ਅਸੀਂ ਮੈਰਿਜ ਤੋਂ ਬਾਅਦ ਫਸਟ ਟਾਈਮ ਸੀ, ਉਹ 9 ਮਹੀਨੇ ਅਸੀਂ ਅਲੱਗ ਰਹੇ ਹਾਂ। ਕਦੇ ਅਲੱਗ ਨਹੀਂ ਰਹੇ ਸੀਗੇ। ਇਹਨਾਂ ਨੂੰ ਦਿਖਾਉਣਾ ਪਿਆ ਕਿ ਮੈਂ ਇੱਕ ਚੰਗੀ ਨੂੰਹ ਆ, ਹੈ ਨਾ। 1700 ਤੋਂ 1,70,000 ਤੇ ਉਹ ਆਏ। ਤੁਹਾਨੂੰ ਵੀ ਆਪਣੇ ਸਹੁਰਿਆਂ ਅੱਗੇ ਪ੍ਰੂਵ ਕਰਨਾ ਪਿਆ ਕਿ ਮੈਂ ਇੱਕ ਚੰਗਾ ਜਵਾਈ ਹਾਂ। ਉਹ ਨਾ 2-3 ਸਾਲ ਤਾਂ ਉਹਨਾਂ ਦੇ ਐਂ ਹੀ ਚੱਲੇ। ਉਸ ਤੋਂ ਬਾਅਦ ਫਿਰ ਮੇਰੇ ਕੋਲ ਆਏ, ਇੱਕ ਵਾਰੀ ਕੈਲਕਟਾ ਆਏ ਸੀ, ਆਪਣੇ ਕੋਲ ਕੈਲਕਟਾ ਆਏ ਸੀ। ਫਿਰ ਉਹ ਮੇਰੇ ਨਾਲ ਬੈਠਦੇ ਸੀਗੇ, ਸ਼ਾਮ ਨੂੰ ਬੈਠਦੇ, ਅਸੀਂ ਰਾਤ ਨੂੰ ਇਕੱਠੇ ਬਹਿੰਦੇ। ਹੌਲੀ ਹੌਲੀ ਉਹਨਾਂ ਨੂੰ ਲੱਗਿਆ ਕਿ ਇਹ ਜੋ ਅਸੀਂ ਸੋਚਦੇ ਸੀਗੇ ਇਹ ਉਹ ਨਹੀਂ ਹੈਗਾ, ਜੋ ਹੈ ਇਹ ਬਹੁਤ, ਮਤਲਬ ਉਹਨਾਂ ਨੇ ਇੱਕ ਵਾਰੀ ਮੈਨੂੰ ਇਹ ਕਿਹਾ ਸੀ ਕਿ ਜਿੰਨੇ ਸਾਡੇ ਬੇਟੇ ਨਹੀਂ ਕਰਦੇ ਨਾ, ਤੁਸੀਂ ਉਸ ਤੋਂ ਜ਼ਿਆਦਾ ਕਰਦੇ ਹੋ ਸਾਡਾ। ਮੇਰੇ ਡੈਡ ਮੇਰੇ ਬ੍ਰਦਰਸ ਨਾਲ ਜਿੰਨੇ ਅਟੈਚ ਨੇ ਹੁਣ, ਮੇਰਾ ਖਿਆਲ ਉਸ ਤੋਂ ਵੱਧ ਹੁਣ ਇਹਨਾਂ ਨਾਲ ਅਟੈਚ ਹੈ। ਐਕਚੁਅਲੀ ਉਹਨਾਂ ਦੀ ਜਿਹੜੀਆਂ ਖੁਸ਼ੀਆਂ ਨਾ ਉਹ ਬੱਚੇ ਨਹੀਂ ਸਮਝ ਸਕਦੇ। ਉਹਨਾਂ ਨੂੰ ਜਿਵੇਂ ਟਰਾਮ 'ਚ ਜਾਣਾ ਬਹੁਤ ਅੱਛਾ ਲੱਗਦਾ ਸੀਗਾ, ਮੈਂ ਉਹਨਾਂ ਨੂੰ ਜਾਣ ਲਿਆ ਸੀਗਾ ਵੀ ਐਂ ਕਰਕੇ ਉਹਨਾਂ ਨੂੰ ਖੁਸ਼ੀ ਮਿਲੂਗੀ, ਅਸੀਂ ਉਹਨਾਂ ਨੂੰ ਲੈ ਕੇ ਜਾਣਾ। ਹੁਣ ਇਹੀ ਚੀਜ਼ਾਂ ਇਗਨੋਰ ਕਰ ਦਿੰਦੇ ਬੱਚੇ, ਉਹ ਕੀ ਜਾਣਾ ਉਸ 'ਚ, ਉਹ ਤਾਂ ਬਹੁਤ ਪੁਰਾਣੀ ਚੀਜ਼ ਆ, ਆਪਾਂ ਟੈਕਸੀ ਚੱਲਦੇ, ਆਪਾਂ ਕਿਸੇ ਹੋਰ 'ਤੇ ਚੱਲਦੇ ਹੈਗੇ। ਅਤੇ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਦੀ ਖੁਸ਼ੀਆਂ ਕਿਹੜੀ ਚੀਜ਼ 'ਚ ਹੈਗੀਆਂ। ਸ਼ਾਇਦ ਉਹਨਾਂ ਨੇ ਉਸ 'ਚ ਬੈਠ ਕੇ ਹੀ ਕਰਨਾ ਹੈਗਾ। ਅਤੇ ਫਿਰ ਮੈਂ ਉਹਨਾਂ ਨੂੰ ਪੂਰਾ ਅੱਛੀ ਤਰ੍ਹਾਂ ਉਹ ਕਰਵਾਇਆ। ਫਿਰ ਉਸ ਤੋਂ ਬਾਅਦ ਉਹ ਹੁਣ ਮੇਰੇ ਨਾਲ ਜ਼ਿਆਦਾ ਬਣਦੀ ਹੈ ਆਪਣੇ ਬੱਚਿਆਂ ਨਾਲੋਂ। ਇਹ ਤਾਂ ਨਹੀਂ ਕਹਿਣ ਲੱਗੇ ਸੀ ਵੀ ਲਓ ਸਹੁਰਿਆਂ ਨੇ ਤਾਂ ਮੁੰਡਾ ਹੱਥ 'ਚ ਹੀ ਕਰ ਲਿਆ, ਫਿਰ ਇਹ ਵੀ ਹੋ ਜਾਂਦਾ। ਅੰਸ਼ੂ ਇਹਨਾਂ ਦਾ ਸ਼ੁਰੂ ਤੋਂ ਹੈ, ਇਹਨਾਂ ਨੇ ਨਾ ਇਸ ਚੀਜ਼ 'ਚ ਬੜਾ ਬੈਲੈਂਸ ਬਣਾ ਕੇ ਰੱਖਿਆ ਹੈ। ਮਤਲਬ ਜਿੱਥੇ ਮੇਰੇ ਮਦਰ ਇਨ ਲਾਅ ਦੀ ਰਿਸਪੈਕਟ ਚਾਹੀਦੀ ਹੈ ਉਹਨਾਂ ਦੀ ਹੁੰਦੀ ਹੈ, ਜਿੱਥੇ ਮੇਰੀ ਚਾਹੀਦੀ ਹੈ ਮੇਰੀ ਹੁੰਦੀ ਹੈ। ਮਤਲਬ ਕਦੀ ਵੀ ਇਹ ਸੈਂਡਵਿਚ ਨਹੀਂ ਬਣੇ ਉਹਦੇ 'ਚ ਨਾ। ਤਾਂ ਮੈਨੂੰ ਵੀ ਉਹ ਚੀਜ਼ ਦਾ ਮੈਂ ਵੀ ਥੋੜ੍ਹਾ ਜਿਹਾ ਧਿਆਨ ਰੱਖਦੀ ਹਾਂ ਕਿ ਕਿਤੇ ਵੀ ਇਹਨਾਂ ਨੂੰ ਇਹ ਨਾ ਫੀਲ ਹੋਵੇ ਕਿ ਹਾਂ ਮੇਰੇ ਮਦਰ ਨੂੰ ਐਂ ਕਹਿਤਾ, ਅਤੇ ਉਸ ਚੀਜ਼ ਦਾ। ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਜੇ ਇਹ ਵਿਆਹ ਤੁਹਾਡੇ ਮਾਂ-ਪਿਓ ਦੀ ਮਰਜ਼ੀ ਨਾਲ ਹੋਇਆ ਹੁੰਦਾ ਜਾਂ ਤੁਹਾਡੀ ਕਮਿਊਨਿਟੀ 'ਚ ਹੋਇਆ ਹੁੰਦਾ ਹੈ ਨਾ, ਤਾਂ ਤੁਹਾਨੂੰ ਸ਼ਾਇਦ ਉਨੇ ਐਫਰਟਸ ਨਾ ਕਰਨੇ ਪੈਂਦੇ ਜਿਹੜੇ ਕਿ ਇੱਕ ਦੂਜੀ ਕਮਿਊਨਿਟੀ 'ਚ ਜਾਣ ਕਰਕੇ। ਕਿਉਂਕਿ ਹੁੰਦਾ ਨਾ ਕਿ ਚਾਹੇ ਸਾਨੂੰ ਕੋਈ ਜਿਤਾਵੇ ਨਾ, ਫਿਰ ਵੀ ਸਾਨੂੰ
ਮੈਨੂੰ ਲੱਗਦਾ ਕਿ ਲਵ ਮੈਰਿਜ ਵਾਲਿਆਂ ਨੂੰ ਜ਼ਿਆਦਾ ਇਹ ਚੀਜ਼ ਦਿਖਾਉਣੀ ਪੈਂਦੀ ਹੈ ਕਿ ਨਹੀਂ, ਜੋ ਤੁਹਾਡੇ ਬੇਟੇ ਦੀ ਚੋਇਸ ਉਹ ਬਹੁਤ ਕਾਬਿਲ ਆ, ਉਹ ਪਰਿਵਾਰ ਲਈ ਬਹੁਤ ਵਧੀਆ, ਮਤਲਬ ਉਹ ਤੁਹਾਡੇ ਸਾਰੇ ਪਰਿਵਾਰ ਲਈ ਇੱਕ ਚੰਗੀ ਚੋਇਸ ਹੈ। ਇਹ ਚੀਜ਼ ਤੁਹਾਨੂੰ ਜ਼ਿਆਦਾ ਕਰਨੀ ਪਈ ਹੋਰਾਂ ਦੇ ਕੰਪੈਰੀਟਿਵਲੀ? ਮੇਰੇ ਖਿਆਲ 'ਚ ਨਹੀਂ। ਮੈਨੂੰ ਜੇ ਮੇਰਾ ਕਿਤੇ ਹੋਰ ਵੀ ਹੁੰਦਾ ਤਾਂ ਮੈਂ ਜਿਵੇਂ ਹੋਣਾ, ਮੈਂ ਖਿਆਲ ਮੈਂ ਇੰਝ ਹੀ ਆਪਣੇ ਇਨ-ਲॉज ਨਾਲ ਉਂਝ ਹੀ ਰਹਿੰਦੀ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੰਮੀ ਕਹਿੰਦੇ ਆ ਕਿ ਸਾਡੀ ਸਬਜ਼ੀ ਤੂੰ ਬਣਾ ਕੇ ਜਾਇਆ ਕਰ, ਕੰਮ ਵਾਲੀ ਦੇ ਹੱਥ ਦਾ ਸਾਨੂੰ ਮਜ਼ਾ ਨਹੀਂ ਆਉਂਦਾ ਨਾ, ਤਾਂ ਉਹ ਚੀਜ਼ ਅੱਛੀ ਲੱਗਦੀ ਹੈ। ਜਾਂ ਮੰਮੀ ਨੇ ਜਿਵੇਂ ਕਿਹਾ ਕਿ ਪਿਛਲੀ ਵਾਰ ਤੂੰ ਪਿੰਨੀਆਂ ਬਣਾਈਆਂ ਸੀ, ਇਸ ਵਾਰ ਤੂੰ ਸਾਨੂੰ ਪਿੰਨੀਆਂ ਨਹੀਂ ਬਣਾ ਕੇ ਦਿੱਤੀਆਂ, ਤਾਂ ਉਹ ਚੀਜ਼ਾਂ ਮੈਨੂੰ ਅੱਛੀਆਂ ਲੱਗਦੀਆਂ ਕਿ ਨਾ ਉਹ ਇਸ ਚੀਜ਼ ਨੂੰ ਹੁਣ ਅਸੈਪਟ ਕਰਦੇ ਆ ਕਿ ਯੈਸ, ਤਾਂ ਇੰਨਾ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਹੈ ਕਿ ਆਪਣੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਹਿੰਦੂਆਂ ਅਤੇ ਸਿੱਖਾਂ 'ਚ ਪਹਿਰਾਵੇ ਨੂੰ ਲੈ ਕੇ, ਰਸਮਾਂ ਨੂੰ ਲੈ ਕੇ ਸਭ ਕੁਝ ਅਲੱਗ ਹੁੰਦਾ ਹੈ ਨਾ, ਤਾਂ ਉਹ ਚੀਜ਼ਾਂ ਵੀ ਹੋਈਆਂ ਕਿ ਇੱਦਾਂ ਦਾ ਪਹਿਰਾਵਾ ਪਾਉਣਾ ਜਾਂ ਇਹਨਾਂ ਰੀਤੀ ਰਿਵਾਜਾਂ ਨੂੰ ਮੰਨਣਾ? ਸਗੋਂ ਇਸ ਮਾਮਲੇ 'ਚ ਮੇਰੇ ਇਨ-ਲॉज ਬਹੁਤ ਖੁੱਲ੍ਹੇ ਨੇ, ਮਤਲਬ ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਗੁਰਦੁਆਰੇ ਜਾਣਾ ਹੈ, ਕੁਛ ਵੀ ਪਾਉਣਾ ਹੈ। ਜਦੋਂ ਮੈਨੂੰ ਯਾਦ ਹੈ ਵਿਆਹ ਤੋਂ ਬਾਅਦ ਅਸੀਂ ਰਾਮਾ ਮੰਡੀ, ਇਹਨਾਂ ਦੇ ਨਾਨਕੇ ਹੈ, ਅਤੇ ਅਸੀਂ ਵਿਆਹ ਤੋਂ ਬਾਅਦ ਨਾਨੀ ਜੀ ਕੋਲ ਜਾਣਾ ਸੀ ਮਿਲਣ ਨਾ, ਅਤੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਮੈਂ ਸਾੜੀ ਪਾ ਲਾਂ, ਉੱਥੇ ਹੈ ਨਾ ਰਾਮੇ ਜਾਣਾ, ਸਾੜੀ ਪਾ ਲਾਂ। ਮੰਮੀ ਕਹਿੰਦੇ ਤੂੰ ਕੰਫਰਟੇਬਲ ਹੈ ਸਾੜੀ 'ਚ? ਮੈਂ ਕਿਹਾ ਨਹੀਂ, ਮੈਂ ਕਦੀ ਪਾਈ ਨਹੀਂ। ਕਹਿੰਦੇ ਫਿਰ ਕਾਹਦੇ ਲਈ ਪਾਣੀ ਹੈ, ਤੂੰ ਜੀਨਸ ਪਾਣੀ ਹੈ, ਤੂੰ ਜੀਨਸ ਹੀ ਪਾ, ਕੁਛ ਨਹੀਂ ਹੁੰਦਾ। ਤਾਂ ਦੈਟ ਵੇ ਸ਼ੀ ਇਜ਼ ਵੈਰੀ ਓਪਨ। ਮੈਨੂੰ ਕਦੀ ਉਸ ਚੀਜ਼ ਦਾ ਉਹਨਾਂ ਨੇ ਖਾਣ ਪੀਣ ਲਈ ਜਾਂ ਪਾਣ ਲਈ, ਬਸ ਸਾਨੂੰ ਇੱਕ ਜ਼ਰੂਰ ਹੁੰਦਾ ਸੀ ਜਦੋਂ ਅਸੀਂ ਬਠਿੰਡੇ ਹੁੰਦੇ ਸੀ ਕਿ ਹਨੇਰਾ ਹੋ ਗਿਆ, ਹਨੇਰੇ ਤੋਂ ਪਹਿਲਾਂ ਦੋਨਾਂ ਨੇ ਘਰੇ ਆ ਜਾਣਾ। ਉਹ ਪੇਰੈਂਟਸ ਨੂੰ ਹੁੰਦੇ ਆ। ਇਹਨਾਂ ਨੂੰ ਹੁਣ ਜਾ ਕੇ ਥੋੜਾ ਜਿਹਾ ਹੋਇਆ ਕਿ ਨਹੀਂ, ਹੁਣ ਇਹ ਵੱਡੇ ਹੋ ਗਏ, ਨਹੀਂ ਤਾਂ ਪਹਿਲਾਂ ਸਾਨੂੰ ਹੁੰਦਾ ਸੀ ਕਿ 6 ਵਜ ਗਏ, ਹਨੇਰਾ ਹੋ ਗਿਆ, ਤੁਸੀਂ ਘਰੇ ਨਹੀਂ ਆਏ, ਬਸ। ਸਰ ਇਹਨਾਂ 'ਚ ਸਭ ਤੋਂ ਖੂਬਸੂਰਤ ਤੁਹਾਨੂੰ ਕੀ ਲੱਗਦਾ? ਸਾਰਾ ਕੁਝ ਹੀ ਨਹੀਂ, ਇੱਕ ਖਾਸੀਅਤ ਵੀ ਹੁੰਦੀ ਹੈ ਕਿ ਉਹ ਜਿਹੜੀ ਮੈਂ ਮਤਲਬ ਉਹ ਖਾਸੀਅਤ ਆ ਜਿਹੜੀ ਉਹ ਸਿਰਫ ਮੈਂ ਇਹਨਾਂ 'ਚ ਦੇਖੀ। ਬਹੁਤ ਸਾਰੀਆਂ, ਹੁਣ ਕਿਹੜੇ ਦੱਸਾਂ ਮੈਂ? ਡਰੋ ਨਾ, ਇੱਕ ਵੀ ਦੱਸ ਸਕਦੇ ਹੋ, ਕੋਈ ਗੱਲ ਨਹੀਂ, ਉਹ ਕੁਝ ਨਹੀਂ ਕਹਿਣਗੇ ਤੁਹਾਨੂੰ। ਖਾਸੀਅਤ ਬਹੁਤ ਹੈ, ਮਤਲਬ ਮੇਰੇ ਨਾਲ ਮੈਚ ਕਰਦੀਆਂ ਬਹੁਤ ਸਾਰੀਆਂ ਚੀਜ਼ਾਂ ਹੈ। ਮੈਨੂੰ ਜਿਵੇਂ ਸ਼ੌਂਕ ਹੈ ਘੁੰਮਣ ਦਾ ਜਾਂ ਗਜ਼ਲ ਸੁਣਨ ਦਾ, ਉਹ ਸਾਰਾ ਮੈਚ ਕਰਦਾ ਹੈ। ਖਾਸੀਅਤ ਇਹਨਾਂ 'ਚ ਹੈ ਸਭ ਤੋਂ ਵੱਡੀ ਆ ਕਿ ਇਹ ਰਾਤ ਨੂੰ 4 ਵਜੇ ਵੀ ਮੈਂ ਉੱਠ ਕੇ ਕਹਾਂ ਭੁੱਖ ਲੱਗੀ ਹੈ ਨਾ ਮੈਨੂੰ, ਕੱਲ੍ਹ 4 ਵਜੇ ਇਹਨਾਂ ਨੇ ਪਰੌਂਠੇ ਬਣਾਇਆ ਮੇਰੇ ਲਈ, ਸਵੇਰੇ ਉਹ ਵੀ ਭੁੱਖ ਲੱਗੀ ਹੋਈ ਸੀਗੀ। ਇਹ ਕਦੇ ਨਹੀਂ ਨਾ ਕਰਨਗੇ ਕਿ ਤੁਸੀਂ 12 ਵਜੇ ਇੱਕ ਸੁੱਤੀ ਪਈ ਹੈ, ਮੈਂ ਕਿਹਾ ਮੈਨੂੰ ਭੁੱਖ ਲੱਗੀ ਹੈ, ਅੱਛਾ ਮੈਂ ਹੁਣੇ ਬਣਾ ਦੇਣੀ ਹੈਗੀ। ਆਟਾ ਗੁੰਨ ਕੇ ਉਸੇ ਵੇਲੇ ਕੱਦੂਕਸ ਕਰਕੇ ਆਪਣਾ ਗੋਭੀ ਦੇ ਪਰੌਂਠੇ ਬਣਾ ਕੇ ਖਵਾਏ ਮੈਨੂੰ 4 ਵਜੇ। ਕਈ ਵਾਰ ਲੇਟ। ਕੀ ਲੱਗਦਾ? ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਮੈਨੂੰ ਜਿਸ ਤਰ੍ਹਾਂ ਦੀ ਵੀ ਸਪੋਰਟ ਦੀ ਲੋੜ ਪਈ ਹੈ, ਮੈਨੂੰ ਹਮੇਸ਼ਾ ਇਹਨਾਂ ਨੇ ਦਿੱਤੀ ਹੈ। ਮੈਂ ਜਦੋਂ ਪੜ੍ਹਨਾ ਚਾਹੁੰਦੀ ਸੀ ਹੋਰ, ਉਦੋਂ ਸਪੋਰਟ ਮਿਲੀ ਹੈ। ਜਦੋਂ ਮੈਂ ਕੰਮ ਕਰਨਾ ਚਾਹੁੰਦੀ ਸੀ, ਨਿਕਲਣਾ ਚਾਹੁੰਦੀ ਸੀ ਘਰੋਂ, ਉਦੋਂ ਵੀ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ। ਮੈਨੂੰ ਇੱਕ ਇਨਸੀਡੈਂਟ ਯਾਦ ਹੈ, ਵਿਆਹ ਤੋਂ ਬਾਅਦ ਅਸੀਂ ਜਦੋਂ ਜੌਬ ਨਹੀਂ ਹੁੰਦੀ ਸੀ, ਦੋਨਾਂ ਕੋਲ ਬਠਿੰਡੇ ਰਹਿੰਦੇ ਹੁੰਦੇ ਸੀ, ਮੂਵੀ ਦੇਖਣ ਦਾ ਮਨ ਸੀ, ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਅੱਜ ਮੂਵੀ ਦੇਖਣ ਜਾਣਾ। ਹੁਣ ਹੁੰਦਾ ਸੀ ਵੀ ਕਮਾਉਂਦੇ ਤਾਂ ਕੁਛ ਹੈ ਨਹੀਂ ਉਦੋਂ, ਬਹੁਤ ਥੋੜ੍ਹੀਆਂ, ਤੁਹਾਨੂੰ ਦੱਸਿਆ ਸਕੂਲ 'ਚ ਬੜੀ ਥੋੜ੍ਹੀ ਸੈਲਰੀ ਹੁੰਦੀ ਸੀ, ਘਰੇ ਕਿਵੇਂ ਦੱਸਾਂਗੇ ਵੀ ਅਸੀਂ ਮੂਵੀ ਦੇਖਣ ਜਾਣਾ। 100 ਰੁਪਇਆ ਲੱਗਦਾ ਹੁੰਦਾ ਸੀ ਉਦੋਂ, 2 ਟਿਕਟਾਂ ਅਤੇ ਨਾਲ ਜੇ ਤੁਸੀਂ ਪੌਪਕੌਰਨਸ ਅਤੇ ਕੋਲਡ ਡਰਿੰਕਸ, ਘਰੇ ਕਿਵੇਂ ਦੱਸਾਂਗੇ। ਤਾਂ ਅਸੀਂ ਉਦੋਂ ਵੀ ਵਿਆਹ ਤੋਂ ਬਾਅਦ ਵੀ ਸਾਨੂੰ ਝੂਠ ਬੋਲਣਾ ਪੈਂਦਾ ਸੀ ਘਰੇ। ਤਾਂ ਮੈਂ ਮੰਮੀ ਨੂੰ ਕਿਹਾ, ਮੰਮਾ ਮੈਂ ਆਇਲਸ ਦੀ ਕਲਾਸਿਸ ਮੈਂ ਲੈਂਦੀ ਹੁੰਦੀ ਸੀ, ਪੜ੍ਹਾਉਂਦੀ ਸੀ ਅਕੈਡਮੀ ਵੀ ਨਾਲ ਸ਼ਾਮ ਨੂੰ ਨਾ, ਮੈਂ ਕਿਹਾ ਮੈਂ ਟਿਊਸ਼ਨ ਪੜ੍ਹਾਉਣ ਚੱਲੀ ਹਾਂ। ਅਤੇ ਇਹਨਾਂ ਨੇ ਕਿਹਾ ਕਿ ਮੈਂ ਕੁਛ ਗਰੋਸਰੀ ਦਾ ਸਮਾਨ ਲੈਣਾ, ਮੈਂ ਉਹ ਲੈਣ ਚੱਲਾਂ। ਐਂ ਕਰਕੇ ਅਸੀਂ ਘਰੋਂ ਨਿਕਲ ਕੇ ਅਤੇ ਅਸੀਂ ਮੂਵੀ ਦੇਖ ਕੇ ਆਏ। ਮਤਲਬ ਉਸ ਲਈ ਵੀ ਇਹਨਾਂ ਨੇ ਮੈਨੂੰ ਬਹੁਤ ਐਸ਼ ਕਰਵਾਈ, ਬਹੁਤ ਸਪੋਰਟ ਕੀਤਾ। ਫਿਰ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਐਂ ਕਰਕੇ ਇੱਕ ਕੈਫੇ ਖੋਲ੍ਹਣਾ, ਅਤੇ ਉਦੋਂ ਵੀ ਫਿਰ ਇਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਮੈਨੂੰ ਹਮੇਸ਼ਾ ਹੁੰਦਾ ਸੀ ਕਿ ਇੱਕ ਛੋਟਾ ਜਿਹਾ ਕੈਫੇ, ਬਿਕੋਜ਼ ਸਾਡੀ ਬਹੁਤ ਹਾਰਡ ਅਰਨਡ ਮਨੀ ਹੈ, ਤਾਂ ਬਈ ਆਪਾਂ ਸੇਵਿੰਗਸ ਐ ਨਹੀਂ ਲਗਾਉਣੀਆਂ, ਹੈ ਨਾ। ਮੈਂ ਇਹਨਾਂ ਨੂੰ ਕਿਹਾ ਕਿ ਥੋੜ੍ਹਾ ਜਿਹਾ ਪੈਸਾ ਲਗਾ ਕੇ ਇੱਕ ਛੋਟਾ ਜਿਹਾ ਕੈਫੇ ਖੋਲਾਂਗੇ, ਅਤੇ ਇਹਨਾਂ ਨੇ ਕਿਹਾ ਕਿ ਨਹੀਂ, ਜਦੋਂ ਤੱਕ ਤੇਰਾ ਡਰੀਮ ਵੱਡਾ ਹੈ ਤਾਂ ਵੱਡਾ ਹੀ। ਅਤੇ ਫਿਰ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਇਹਨਾਂ ਨੇ ਆਪਣੀਆਂ ਸੇਵਿੰਗਸ ਲਗਾ ਕੇ ਅਸੀਂ ਆਪਣਾ ਕੈਫੇ ਖੋਲ੍ਹਿਆ। ਜਦੋਂ ਦੋਨਾਂ ਬੇਟੀਆਂ ਹੋਈਆਂ ਤੁਹਾਡੀਆਂ, ਉਸ ਵਕਤ ਤੁਸੀਂ ਜੌਬ ਕਰਦੇ ਸੀਗੇ? ਮੇਰਾ ਜੌਬ ਦਾ ਹਮੇਸ਼ਾ ਕੋਈ
ਪਰਮਨੈਂਟ ਤਾਂ ਰਿਹਾ ਨਹੀਂ, ਬਿਕੋਜ਼ ਸਾਨੂੰ ਇੱਕ ਹੁੰਦਾ ਸੀ ਵੀ ਅਸੀਂ ਇਕੱਠੇ ਰਹਿਣਾ ਹੈ, ਠੀਕ ਹੈ। ਉਹਦੇ ਕਰਕੇ ਜਿੱਥੇ ਇਹਨਾਂ ਦੀ ਜੌਬ ਹੁੰਦੀ ਸੀ, ਮੇਰੀ ਟੀਚਿੰਗ ਲਾਈਨ ਸੀ, ਟੀਚਿੰਗ ਤਾਂ ਹਰ ਪਿੰਡਾਂ 'ਚ ਵੀ ਸਕੂਲ ਕਾਲਜ ਹੈਗੇ ਆ, ਤਾਂ ਮੈਨੂੰ ਈਜ਼ੀਲੀ ਮਿਲ ਜਾਂਦੀ ਸੀ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ। ਤਾਂ ਮੇਰੀ ਜੌਬ ਹਮੇਸ਼ਾ ਔਨ ਐਂਡ ਆਫ ਰਹੀ ਹੈ। ਜਿਵੇਂ ਵੱਡੀ ਬੇਟੀ ਦੇ ਬੋਰਡਸ ਹੈ ਕੈਲਕਟਾ, ਤਾਂ ਮੈਂ ਜੌਬ ਨਹੀਂ ਕੀਤੀ 3 ਸਾਲ। ਫਿਰ ਜਦੋਂ ਇਹਨਾਂ ਦੀ ਕਿਤੇ ਇਹੋ ਜਿਹੀ ਜਗ੍ਹਾ 'ਤੇ ਹੋਣੀ ਕਿ ਜਿੱਥੇ ਨੇੜੇ ਤੇੜੇ ਕੁਛ ਨਹੀਂ ਹੈ, ਤਾਂ ਮੈਂ ਜੌਬ ਨਹੀਂ ਕੀਤੀ। ਮਤਲਬ ਮੈਨੂੰ ਐ ਨਹੀਂ ਹੁੰਦਾ ਸੀ ਕਿ ਕਰਨੀ ਜਿੱਥੇ ਮਿਲ ਗਈ ਕਰ ਲਈ, ਨਹੀਂ ਮਿਲੀ ਤਾਂ ਠੀਕ ਹੈ, ਕੋਈ ਨਹੀਂ। ਹੁਣ ਦੇਖੋ ਕਈ ਵਾਰੀ ਹਸਬੈਂਡ ਵਾਈਫ 'ਚ ਬਹੁਤ ਵਧੀਆ ਅੰਡਰਸਟੈਂਡਿੰਗ ਹੁੰਦੀ ਆ, ਹੈ ਨਾ। ਬੇਸ਼ੱਕ ਫਾਈਨੈਂਸ਼ਲੀ ਦੋਨੋਂ ਜਾਣੇ ਮਿਲ ਕੇ ਡਿਸੀਜ਼ਨਸ ਵੀ ਲੈਂਦੇ ਆ, ਪਰ ਫਿਰ ਵੀ ਜਿੱਥੇ ਕੁੜੀਆਂ ਪੜ੍ਹੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਵੀ ਪੁਆਇੰਟ 'ਤੇ ਆਪਣੀ ਜੌਬ ਹਸਬੈਂਡ ਲਈ ਸੈਕਰੀਫਾਈਸ ਕਰਨੀ ਪੈਂਦੀ ਆ, ਹੈ ਨਾ। ਤਾਂ ਉਹ ਚੀਜ਼ ਤੁਹਾਨੂੰ ਇਨਸਿਕਿਉਰ ਕਰਦੀ ਸੀਗੀ? ਨਹੀਂ, ਕਦੀ ਫੀਲ ਹੁੰਦਾ ਸੀ ਕਿ ਹਾਂ ਐਮ.ਏ. ਕਰਕੇ ਨਾ ਸਟਿਲ ਆਈ ਐਮ ਐਟ ਹੋਮ, ਬਟ ਠੀਕ ਹੈ। ਫਿਰ ਸੈਟਿਸਫੈਕਸ਼ਨ ਮਿਲਦੀ ਸੀ ਕਿ ਇੰਨੇ ਔਖੇ ਤਾਂ ਵਿਆਹ ਕਰਾਇਆ, ਐਟਲੀਸਟ ਇਕੱਠੇ ਤਾਂ ਬੈਠੇ ਆ, ਤਾਂ ਉਹ ਸੈਟਿਸਫੈਕਸ਼ਨ ਜ਼ਿਆਦਾ ਅੱਛੀ ਲੱਗਦੀ ਸੀ। ਇਹਨਾਂ ਨੇ ਕਦੀ ਮਹਿਸੂਸ ਵੀ ਨਹੀਂ ਕਰਾਇਆ? ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਮੈਨੂੰ ਅੱਜ ਤੱਕ ਕਦੀ ਨਹੀਂ ਮਹਿਸੂਸ ਹੋਇਆ ਜੇ ਮੈਂ ਇਹਨਾਂ ਤੋਂ 500 ਮੰਗਾ, ਚਾਹੇ 5000 ਮੰਗਾ, ਚਾਹੇ 5 ਲੱਖ ਮੰਗਾ, ਮੈਨੂੰ ਕਦੀ ਨਹੀਂ ਨਾ ਕੀਤੀ। ਹੁਣ ਤੁਹਾਨੂੰ ਇੱਥੇ ਸ਼ਿਫਟ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ? ਸਾਨੂੰ 5 ਸਾਲ ਹੋ ਗਏ। ਤੇ ਉਹ ਜੌਬ ਛੱਡਣ ਦਾ ਮਤਲਬ ਕੁਇਟ ਕਰਕੇ ਤੁਸੀਂ ਆਪਣਾ ਸਾਰਾ ਕੁਝ ਉੱਥੋਂ ਆਏ, ਉਹ ਡਿਸੀਜਨ ਕਿਹਦਾ ਸੀ? ਉਹ ਵੀ ਇਹਨਾਂ ਦਾ ਹੀ ਸੀ। ਮੇਨਲੀ ਤਾਂ ਅਸੀਂ ਇੰਡੀਆ ਆਏ ਸੀ ਕਿਉਂਕਿ ਬੇਟੀ ਨੇ +2 ਕਰ ਲਈ ਸੀ, ਤਾਂ ਅੱਗੋਂ ਉਹਨੇ ਫਰਦਰ ਸਟੱਡੀਜ਼ ਲਈ ਤਾਂ ਉਹਨੇ ਥੀਏਟਰਸ ਕਰਨਾ ਸੀ, ਤਾਂ ਉਸ ਕਰਕੇ ਸਾਨੂੰ ਸੀਗਾ ਚਲੋ ਇੰਡੀਆ ਬੈਟਰ ਆਪਸ਼ਨ ਹੈ। ਫਿਰ ਇੱਕ ਇਹ ਵੀ ਸੀਗਾ ਕਿ 17 ਸਾਲ ਹੋ ਗਏ ਸਾਨੂੰ, 18 ਸਾਲ ਨਾ ਅਲੱਗ-ਅਲੱਗ ਸਟੇਟਸ ਇੰਡੀਆ ਦੀਆਂ, ਅਲੱਗ-ਅਲੱਗ ਕੰਟਰੀਜ਼ ਘੁੰਮਦਿਆਂ, ਵੀ ਹੁਣ ਇੱਕ ਸਟੇਬਲ ਜੀ ਲਾਈਫ ਹੋਣੀ ਚਾਹੀਦੀ ਹੈ। ਪਲੱਸ ਫਿਰ ਕਿਉਂਕਿ ਇਹ ਇਕੱਲੇ ਨੇ, ਕੋਈ ਭੈਣ ਭਰਾ ਨਹੀਂ ਹੈ, ਤਾਂ ਮੰਮੀ ਡੈਡੀ ਦੀ ਵੀ ਏਜ ਹੋ ਰਹੀ ਹੈ, ਤਾਂ ਅਸੀਂ ਉੱਥੇ ਖੋਈਏ ਜਿੱਥੇ ਅਸੀਂ ਅਪਰੋਚੇਬਲ ਹੋਈਏ ਉਹਨਾਂ ਨੂੰ, ਹੈ ਨਾ। ਤਾਂ ਇੱਕ ਇਹ ਬਹੁਤ ਦਿਮਾਗ 'ਚ ਹਮੇਸ਼ਾ ਰਹਿੰਦਾ ਸੀ, ਕਿਉਂਕਿ ਉਹ ਜਦੋਂ ਕੋਲ ਨਹੀਂ ਸੀ ਹੁੰਦੇ ਤੇ ਉਹ ਕਦੀ ਸਾਨੂੰ ਦੱਸਦੇ ਨਹੀਂ ਫੋਨ 'ਤੇ ਵੀ ਅੱਜ ਤਬੀਅਤ ਖਰਾਬ ਹੈ, ਬਟ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਨਾ। ਤਾਂ ਸਾਨੂੰ ਇਹ ਹੁੰਦਾ ਸੀ ਵੀ ਨੇੜੇ ਤੇੜੇ ਹੋਣ ਤਾਂ ਜ਼ਿਆਦਾ ਬੈਟਰ ਹੈ। ਤਾਂ ਫਿਰ ਅਸੀਂ ਚੰਡੀਗੜ੍ਹ ਆਪਸ਼ਨ ਸੋਚੀ ਕਿ ਬੱਚਿਆਂ ਦੀ ਸਟੱਡੀਜ਼ ਲਈ ਵੀ ਠੀਕ ਹੈ, ਮੰਮੀ ਡੈਡੀ ਬਠਿੰਡੇ ਹੈ, ਅਪਰੋਚੇਬਲ ਵੀ ਹੈ। ਬਟ ਹੁਣ ਜਦੋਂ ਅਸੀਂ ਕੈਫੇ ਖੋਲ੍ਹਿਆ ਉਸ ਤੋਂ ਬਾਅਦ ਤਾਂ ਮੰਮੀ ਡੈਡੀ ਹੁਣ ਸਾਡੇ ਨਾਲ ਹੀ ਨੇ, ਤੇ ਹੁਣ ਅਸੀਂ ਇਕੱਠੇ ਹੀ ਰਹਿੰਦੇ ਹਾਂ।